अपने कोल गुरसिख पैनल इत्थे बैठे आ, जिहड़ा तुहाडा कोई क्वेश्चन हैगा तुसीं हुण भी हत्थ खड़ा करके भी तुसीं पुछ सकदे हो ते इत्थे भी लिख के पा सकदे हो। मेरे कोल क्वेश्चन आया शुड वी टेक रिवेंज बुलेट फॉर बुलेट? आई थिंक वी शुड। प्लीज आस्क संगत व्हाट दे थिंक। वो कह रहे जी सानू बदला लेना चाहिए, गोली दे बट्टे गोली। जिन्होंने क्वेश्चन लिखा वो कहते मैनू लगता कि लेना चाहिए, पर संगत नूं पुछो कि सानू बदला लेना चाहिए आ। हाँ जी, वाहिगुरू जी का खालसा वाहिगुरू जी की फतेह। हाँ जी, जिहड़ा क्वेश्चन आया ना कि बदला लेना चाहिए, तो इनू दो तरीके नाल देखा जा सकता। एक तो हैगा फिजिकल बदला, जिद्दां कहंदे गोली बदले गोली। एक हैगा कि ਉਹਦਾ अंदरला चेंज करता जाए, ਜਿਹੜਾ ਜਿਹਦੇ ਕਰਕੇ ਉਹ ਤੁਹਾਡੇ ਨਾਲ ਵੈਰ ਕਰ ਰਿਹਾ। ਆਪਣਾ ਜਿਹੜਾ ਬਦਲਾ ਵੈਰ ਨੂੰ ਮਾਰਨ ਵਾਲਾ ਚਾਹੀਦਾ, ਵੈਰੀ ਨੂੰ ਨਹੀਂ। ਜਦੋਂ ਵੈਰ ਮਰ ਗਿਆ, ਵੈਰੀ ਆਪਣੇ ਆਪ ਹੀ ਮਰ ਜਾਂਦਾ, ਵੈਰੀ ਨਹੀਂ ਰਹਿੰਦਾ, ਫਿਰ ਮਿੱਤਰ ਹੋ ਜਾਂਦੇ ਆ। ਅਤੇ ਕਿਉਂਕਿ ਉਹ ਵੈਰ ਕਿਉਂ ਕਰਦੇ ਆ? ਕਿਉਂਕਿ ਉਹ ਡਿਊਲਟੀ ਵਿੱਚ ਹੁੰਦੇ, ਡਿਊਲਟੀ ਕਰਕੇ ਵੈਰ ਬਣਦਾ ਹਮੇਸ਼ਾ ਹੀ। ਜੇ ਇੱਕ ਜੋਤ ਸਾਰਿਆਂ ਵਿੱਚ ਆ, ਫਿਰ ਵੈਰ ਨਹੀਂ ਰਹਿੰਦਾ। ਅਤੇ ਇਹ ਚੀਜ਼ ਆਪਾਂ ਨੂੰ ਇੰਨੀ ਪਹਿਲਾਂ ਤਾਂ ਆਪਣੇ ਕੋਲ ਕਲੀਅਰ ਹੋ ਜਾਵੇ, ਅਤੇ ਫਿਰ ਅਸੀਂ ਦੂਜਿਆਂ ਨੂੰ ਕਲੀਅਰ ਕਰ ਦਈਏ, ਅਤੇ ਫਿਰ ਵੈਰ ਵਿਰੋਧ ਰਹਿੰਦੇ ਨਹੀਂ, ਜਦ ਇੱਕੋ ਜੋਤ ਸਾਰੇ ਵਿੱਚ ਹੈਗੀ। ਬਾਕੀ ਭਾਈ ਸਾਹਿਬ ਤੁਸੀਂ ਕਰ। As per Gurmat, we can take revenge. It's total no revenge at all. Gursikh is not revengeful. हाँ जी, रिवेंज बिल्कुल नहीं है। फिर तुम कहोगे जी बंदा सिंह बहादुर ने बदला लेता। नो, इट्स अगेन नॉट बदला, इट्स नॉट अगेन रिवेंज। ਉਹਨੂੰ ਗੁਰਮਤ ਵਿੱਚ ਕਹਿੰਦੇ ਨੇ ਸੋਧਨਾ। ਠੀਕ ਹੈ, so there's a limit. We try to, if somebody is really going bad and is doing a lot of bad, we try to make him ਸੁਧਾਰ ਕਰੋ ਉਹਦਾ, ਹੈ ਨਾ। ਜੇ ਨਹੀਂ ਮੰਨਦਾ ਦੈਨ ਗੁਰੂ ਮਹਾਰਾਜ ਕਹਿੰਦੇ ਅਖੀਰ ਵਿੱਚ ਸ਼ਸਤਰ ਚੱਕਣਾ ਪੈਂਦਾ ਉਹਦਾ ਸੁਧਾਈ ਵਾਸਤੇ, ਤਾਂ ਕਿ ਉਹਦਾ ਅਸੀਂ ਪਾਪੀ ਨੂੰ ਨਹੀਂ ਮਾਰ ਰਹੇ ਹਾਂ, ਕਿਉਂਕਿ ਉਹਦਾ ਪਾਪ ਜਿਹੜਾ ਇੰਨਾ ਵੱਧਦਾ ਜਾ ਰਿਹਾ, ਤਾਂ ਵੀ ਹੈਵ ਟੂ ਸਟੋਪ ਦੈਟ ਪਾਪ। ਉਹ ਇੱਕ ਬਹੁਤ ਉੱਚੀ ਅਵਸਥਾ ਹੈਗੀ ਹੈ, ਔਰ ਉਹ ਜਦੋਂ ਅਸੀਂ ਗੁਰਮਤ ਦੇ ਵਿੱਚ ਮਹਾਰਾਜ ਸਾਨੂੰ ਉਸ ਅਵਸਥਾ 'ਤੇ ਪਹੁੰਚਦੇ, ਫਿਰ ਅਸੀਂ ਉਸ ਲੈਵਲ ਦੀ ਗੱਲ ਕਰ ਸਕਦੇ ਹਾਂ। ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਉਹਨਾਂ ਦੇ ਅੰਦਰ ਉਹ ਜੋਤ ਪ੍ਰਜਵਲਿਤ ਕੀਤੀ, ਅੰਦਰ ਆਪਣੇ ਨਾਲ ਜੋੜਿਆ, ਜੋਤ ਨਾਲ ਜੋਤ ਰਲਾਈ, ਫਿਰ ਉਸ ਅਵਸਥਾ 'ਚ ਪਹੁੰਚੇ। ਅਸੀਂ ਡੇਲੀ ਬੇਸਿਸ 'ਤੇ ਜੇ ਅਸੀਂ ਬਦਲੇ ਲੈਣ ਸ਼ੁਰੂ ਕਰ ਦਾਂਗੇ, ਆਈ ਫॉर ਆਈ, ਬੁਲੇਟ ਫॉर ਬੁਲੇਟ, then this whole world will be blind, है ना। से ਅਸੀਂ ਗੁਰੂ ਕਾ ਸਿੱਖ ਜਿਵੇਂ ਜੋ ਗੁਰੂ ਬਖਸ਼ਿੰਦਾ, ਇਸ ਤਰ੍ਹਾਂ ਗੁਰੂ ਕਾ ਸਿੱਖ ਵੀ ਬਖਸ਼ਿੰਦ ਹੋਣਾ ਜ਼ਰੂਰੀ ਹੈਗਾ। ਸੋ ਵੀ ਹੈਵ ਟੂ ਹੈਵ ਦੈਟ ਕੁਆਲਿਟੀ ਇਨ ਆਵਰ ਸੈਲਫ। ਜਿਵੇਂ ਗੁਰੂ ਸਾਡੇ ਔਗਣ ਢੱਕਦਾ, ਸਾਡੇ ਔਗਣ ਵਿਸਾਰਦਾ, ਅਸੀਂ ਵੀ, ਪਰ ਐਟਲੀਸਟ ਵੀ ਕੈਨੋਟ ਬੀ ਰਿਵੈਂਜਫੁਲ ਔਨ ਪਰਸਨਲ ਮੈਟਰਸ, ਹੈ ਨਾ। ਵੀ ਜੇ ਕਿਸੇ ਨੇ ਮੈਨੂੰ ਕੁਛ ਕਹਿ ਤਾ, ਉਹਦਾ ਤਾਂ ਬਿਲਕੁਲ ਨਹੀਂ ਹੋ ਸਕਦਾ। ਸਿਧਾਂਤ ਦੇ ਉੱਤੇ ਆ ਕੇ ਜੇ ਗੁਰੂ ਦੀ ਨਿੰਦਾ ਹੋਈ ਹੈ, ਸਿਧਾਂਤ ਦੇ ਉੱਤੇ ਕੁਛ ਹੋ ਰਿਹਾ, ਦੈਨ ਵੀ ਕੈਨ ਟੇਕ ਸਮ ਐਕਸ਼ਨ, ਪਰ ਆਪਣੀ ਪਰਸਨਲ ਲੈਵਲ 'ਤੇ ਕੋਈ ਰਿਵੈਂਜ ਨਹੀਂ ਹੋ ਸਕਦਾ। ਥੈਂਕ ਯੂ ਜੀ। ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦਈਏ। ਭਾਈ ਸਾਹਿਬ ਹੁਣਾਂ ਨੇ ਜਿੱਦਾਂ ਦੱਸਿਆ, ਇੱਕ ਹੁੰਦਾ ਜਿੱਦਾਂ ਮੇਰੇ ਨਾਲ ਪਰਸਨਲ, ਕੋਈ ਮੇਰੇ ਨਾਲ ਕਿਸੇ ਨਾਲ ਚੱਲ ਰਿਹਾ, ਪਰਸਨਲ ਬਦਲਾ ਕੋਈ ਨਹੀਂ ਲੈਣਾ। ਪਰਸਨਲ ਬਦਲਾ, ਉਹਦੇ ਬਾਰੇ ਬਾਬਾ ਫਰੀਦ ਜੀ ਦਾ ਸਲੋਕ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਅਸੀਂ ਕਿਸੇ ਨੂੰ ਉਹ ਬਦਲਾ ਨਹੀਂ ਲੈਣਾ ਜਿਹੜਾ ਸਾਡਾ ਪਰਸਨਲ ਹੈਗਾ, ਫੈਮਿਲੀ ਦਾ ਜਾਂ ਪਰਸਨਲ। ਜਿਹੜਾ ਪੰਥਕ ਆ, ਪੰਥਕ ਦੇ ਲਈ ਉਹਨਾਂ ਨੇ ਦੱਸਿਆ ਕਿ ਸੋਧਾ ਲਾਉਣਾ ਹੈ। ਜਿਹੜਾ ਪੰਥ ਚਾਹੁੰਦਾ, ਸਾਰਾ ਪੰਥ ਚਾਹੁੰਦਾ ਵੀ ਇਹ ਚੀਜ਼ ਜਿਹੜੀ ਆ ਵਜ਼ੀਰ ਖਾਨ ਨੂੰ ਖਤਮ ਕਰ ਦਿੱਤਾ ਜਾਵੇ, ਪੰਥ ਚਾਹੁੰਦਾ ਸੀ, ਨਾ ਕਿ ਇੰਡੀਵਿਜੂਅਲੀ ਕੋਈ ਬੰਦਾ ਚਾਹੁੰਦਾ ਸੀ। ਪੰਥ ਜਿਹੜੀ ਚੀਜ਼ ਨੂੰ ਚਾਹੁੰਦਾ ਆ, ਪੰਥ ਨੇ ਚਾਹਿਆ ਕਿ ਇੰਦਰਾ ਗਾਂਧੀ ਨੇ ਹਮਲਾ ਕੀਤਾ ਆ, ਪੰਥ ਉਹਦੇ ਵਿਰੋਧ ਵਿੱਚ ਸੀਗਾ,
ਮਤਲਬ ਉਹ ਹੈਗਾ ਸੋਧਾ ਲਾਉਣਾ। ਪੰਥ ਜਿੱਥੇ ਜਿੱਥੇ ਪੰਥ ਦੀ ਗੱਲ ਆ ਉੱਥੇ ਅਸੀਂ ਸੋਧਾ ਲਾਉਂਦੇ ਹਾਂ, ਉਹਨੂੰ ਬਦਲਾ ਕਹਿ ਲਈਏ, ਸੋਧਾ ਕਹਿ ਲਈਏ, ਜਿੱਦਾਂ ਭਾਈ ਸਾਹਿਬ ਨੇ ਕਿਹਾ ਅਸੀਂ ਸੋਧਾ ਲਾਉਂਦੇ ਹਾਂ। ਬਦਲੇ ਦੀ ਭਾਵਨਾ ਗੁਰਸਿੱਖਾਂ ਅੰਦਰ ਨਹੀਂ ਹੁੰਦੀ, ਕਿਉਂਕਿ ਸਾਡਾ ਪਰਸਨਲ ਫੈਮਿਲੀ ਮੈਟਰ ਹੋ ਸਕਦੇ ਆ, ਉਹਦੇ 'ਚ ਸਾਨੂੰ ਨਿਮਰਤਾ ਲੈਣੀ ਪੈਣੀ ਹੈ। ਠੀਕ, ਹਾਂਜੀ। ਅਗਲਾ ਹੈਗਾ ਆ ਚੌਂਕੜਾ ਲੰਬਾ ਸਮਾਂ ਨਹੀਂ ਵੱਜਦਾ, ਕਿੱਦਾਂ ਚੌਂਕੜਾ ਵਧਾਈਏ ਜੀ? ਇਹ ਗੁਰਮਤ ਦੇ ਵਿੱਚ ਇੱਕੋ ਸਿਧਾਂਤ ਕੰਮ ਕਰਦਾ ਹੈ ਵੀ ਜਦੋਂ ਆਪਣੇ ਬਸ ਕੋਈ ਚੀਜ਼ ਨਾ ਹੋਵੇ ਨਾ ਜੀ, ਫਿਰ ਅਰਦਾਸ ਕਰਨੀ ਬਣਦੀ ਹੈ। ਅਰਦਾਸ 'ਚ ਬੜੀ ਤਾਕਤ ਹੈ। ਸੋ ਜਦੋਂ ਸਾਰੇ ਸਾਧਨ ਹੀਲੇ ਵਸੀਲੇ ਫੇਲ ਹੋ ਜਾਣ ਨਾ, ਉਸ ਵੇਲੇ ਸਤਿਗੁਰ ਅੱਗੇ ਢਹਿ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਨਾ ਜੀ, ਫਿਰ ਉਹ ਅਰਦਾਸ ਮਨਜ਼ੂਰ ਵੀ ਹੁੰਦੀ ਹੈ ਅਤੇ ਉਹ ਤੁਹਾਡੀ ਹੈਲਪ ਵੀ ਕਰਦੇ ਆ, ਸਹਾਇਤਾ ਵੀ ਕਰਦੇ ਆ। ਸੋ ਕਈ ਬੱਚੇ ਦਾਸ ਨੂੰ ਵੀ ਕੁਐਸਚਨ ਕਰਦੇ ਆ ਵੀ ਅਸੀਂ ਕੀਰਤਨ ਸਿੱਖਣਾ ਚਾਹੁੰਦੇ ਹਾਂ, ਅਸੀਂ ਪਾਠ ਕੰਠ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਕੋਲ ਹੁੰਦਾ ਨਹੀਂ। ਇਹ ਤੁਸੀਂ ਜਿਹੜੇ ਕੰਠਾਗਰ ਕੀਰਤਨ ਕਰਨ ਵਾਲੇ ਗੁਰੂ ਪਿਆਰੇ ਹੈਗੇ ਆ, ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਆਮ ਬੱਚੇ ਕਰਦੇ ਆ ਵੀ ਤੁਸੀਂ ਕਿੱਦਾਂ ਕੰਠ ਕਰਦੇ ਹੋ, ਇੰਨੀ ਇੰਨੀ ਬਾਣੀ ਕਿਵੇਂ ਕੰਠ ਹੋ ਜਾਂਦੀ ਹੈ। ਮੈਂ ਕਿਹਾ ਅਸੀਂ ਆਪ ਕੁਛ ਨਹੀਂ ਕਰਦੇ, ਇਹ ਉਹਦੀ ਬਖਸ਼ਿਸ਼ ਹੈ। ਉਹ ਤਾਂ ਬਖਸ਼ਣ ਦਾ ਭੰਡਾਰ ਹੈ, ਹਰੇਕ 'ਤੇ ਬਖਸ਼ਿਸ਼ ਹੁੰਦੀ ਹੈ, ਹਮੇਸ਼ਾ ਹੁੰਦੀ ਰਹਿੰਦੀ ਹੈ। ਸਾਨੂੰ ਬਖਸ਼ਿਸ਼ ਦੀ ਪਛਾਣ ਨਹੀਂ ਹੁੰਦੀ, ਅਤੇ ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ, ਕਈ ਉਹਨਾਂ ਵਿੱਚੋਂ ਜਿਹੜੇ ਵਿਰਲੇ ਆ ਉਹਨੂੰ ਸੰਭਾਲ ਲੈਂਦੇ ਆ, ਅਤੇ ਕਈਆਂ 'ਤੇ ਬਖਸ਼ਿਸ਼ ਹੋਈ ਜਿਹੜੀ ਸੰਭਾਲੀ ਨਹੀਂ ਜਾਂਦੀ। ਬਖਸ਼ ਦੇ ਨਾਲ ਕਈ ਵਾਰੀ ਬੰਦਾ ਹਉਮੈ ਵਿੱਚ ਹੀ ਆ ਜਾਂਦਾ ਹੈ, ਕਿਉਂਕਿ ਜਿਵੇਂ ਭਾਈ ਕੁਲਵਿੰਦਰ ਸਿੰਘ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਜਿਹੜੇ 5 ਸਾਡੇ ਵਾਸਤੇ ਪਹਿਰੇਦਾਰ ਦਿੱਤੇ ਗੁਰੂ ਸਾਹਿਬ ਨੇ, ਹੁਣ ਨੌਕਰ ਦਾ ਨਾਂ ਲੈ ਲਓ, ਨਾਂ ਦੇ ਲਓ, ਪਹਿਰੇਦਾਰ ਦਾ ਨਾਂ ਦੇ ਲਓ, ਜਾਂ ਤੁਸੀਂ ਉਹਨਾਂ ਨੂੰ ਚੋਰਾਂ ਦਾ ਨਾਂ, ਜਿਹੜਾ ਮੈਂ ਨਾਂ ਦੇ ਲਓ, ਪਰ ਉਹ ਸਾਡੇ ਹੈਲਪਫੁਲ ਹੈਗੇ ਆ, ਸਾਡੇ ਵਾਸਤੇ ਬਾੜ ਹੈਗੇ ਆ, ਸਾਨੂੰ ਚੇਤੰਨ ਕਰਦੇ ਆ। ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਹੜਾ ਵੀ ਸੱਜਣ ਮਿੱਤਰ ਸਾਡੇ ਮੂੰਹ 'ਤੇ ਤਾਰੀਫ ਕਰਦਾ ਹੈ ਜਾਂ ਸਾਡੀ ਪਿੱਠ ਪਿੱਛੇ ਵੀ ਤਾਰੀਫ ਕਰਦਾ ਹੈ, ਉਹ ਓਨਾ ਸਾਡੇ ਲਈ ਹਰਮਨ ਪਿਆਰਾ ਨਹੀਂ ਹੋ ਸਕਦਾ ਜਿੰਨਾ ਉਹ ਬੰਦਾ ਜਿਹੜਾ ਸਾਡੇ ਜਿਹੜੇ ਵੀਕ ਪੁਆਇੰਟ ਹੈਗੇ ਆ ਉਹ ਸਾਨੂੰ ਯਾਦ ਕਰਾਉਂਦਾ ਹੈਗਾ, ਸਾਨੂੰ ਸਾਵਧਾਨ ਕਰਦਾ ਹੈਗਾ। ਜਿਵੇਂ ਕਬੀਰ ਸਾਹਿਬ ਦਾ ਸ਼ਬਦ ਹੈ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਸੋ ਐਸੇ ਗੁਰੂ ਪਿਆਰੇ ਜਿਹੜੇ ਆ, ਜਿਹੜੇ ਤੁਹਾਡੇ ਪਿਆਰ ਨਾਲ ਤੁਹਾਨੂੰ ਕੋਈ ਸਾਡੇ ਵੀਕਨੈਸ ਦਾ ਪੁਆਇੰਟ ਦੱਸਦੇ ਹੈਗੇ ਆ, ਅਸੀਂ ਉਹਨਾਂ ਦੇ ਸ਼ੁਭ ਚਿੰਤਕ ਸਾਨੂੰ ਹੋਣਾ ਚਾਹੀਦਾ। ਸੋ ਕੋਈ ਵੀ ਗੱਲ ਜਿਹੜੀ ਇੰਪੋਸੀਬਲ ਨਹੀਂ ਹੈ, ਨਾਮੁਮਕਿਨ ਨਹੀਂ ਹੈ, ਅਸੰਭਵ ਨਹੀਂ ਹੈ, ਜੇ ਅਸੀਂ ਢਹਿ ਕੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੀਏ। ਮੇਰੀ ਹੁਣੇ ਭਾਈ ਸਾਹਿਬ ਨਾਲ ਗੱਲ ਹੋਈ ਸੀ, ਮੈਂ ਕਿਹਾ ਵੀ ਅਸੀਂ ਤਾਂ ਗੁੰਗੇ ਬੋਲੇ ਝੀਰ ਵਾਲੀ ਦੀ ਨਿਆਈ ਹੈਗੇ ਹਾਂ। ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਿੱਲੀ ਗਏ, ਜਾ ਰਹੇ ਸੀ, ਰਸਤੇ ਵਿੱਚ ਇੱਥੇ ਪੰਜੋਖਰਾ ਸਾਹਿਬ ਹੈ ਸਥਾਨ ਅੰਬਾਲੇ ਲਾਗੇ, ਜੇ ਆਪਨੇ ਸੁਣਿਆ ਹੋਵੇ। ਉੱਥੋਂ ਦੇ ਪੰਡਤਾਂ ਨੇ ਉਹਨੂੰ ਬਿਠਾ ਕੇ ਪੁੱਛਿਆ ਸੀ, ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਹਰਕ੍ਰਿਸ਼ਨ ਸਾਹਿਬ ਆਪਣਾ ਨਾਂ ਰੱਖਿਆ ਤਾਂ ਗੀਤਾ ਦੇ ਅਰਥ ਕਰਕੇ ਦਿਖਾਓ। ਅਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਸਾਨੂੰ ਤਾਂ ਸ਼ਾਇਦ ਨਾ ਆਉਂਦੇ ਹੋਣ, ਤੁਸੀਂ ਇੱਦਾਂ ਕਰੋ, ਜਿਹੜਾ ਤੁਸੀਂ ਨਗਰ ਵਿੱਚ ਸਭ ਤੋਂ ਨਿਖਿੱਧ ਬੰਦਾ ਸਮਝਦੇ ਹੋ ਉਹਨੂੰ ਲੈ ਆਓ। ਕਿਉਂਕਿ ਗੁਰੂ ਸਾਹਿਬ ਰਮਜਾਂ ਨਾਲ ਗੱਲ ਕਰਦੇ ਸਮਝਾਉਣ ਵਾਸਤੇ। ਉਹ ਗੂੰਗਾ ਅਤੇ ਬੋਲਾ ਝੀਰ ਸੀਗਾ, ਛੱਜੂ ਨਾਂ ਦਾ ਝੀਰ, ਉਹਨੂੰ ਨਾਲ ਲੈ ਕੇ ਆ ਗਏ। ਅਤੇ ਗੁਰੂ ਸਾਹਿਬ ਨੇ ਸਨਮੁਖ ਮੇਰ ਦੀ ਦ੍ਰਿਸ਼ਟੀ ਕੀਤੀ, ਉਹਨੂੰ ਬਿਠਾਇਆ, ਉਹਦੇ ਸਿਰ 'ਤੇ ਸੋਟੀ ਲਾਤੀ, ਕਹਿੰਦੇ ਤੁਸੀਂ ਇਹਨੂੰ ਪੁੱਛੋ ਜਿਹੜਾ ਵੀ ਅਰਥ ਪੁੱਛਣਾ ਹੈ। ਉਹ ਲਿਆਉਣ ਵਾਲਿਆਂ ਦੇ ਮਨ ਵਿੱਚ ਤਾਂ ਇਹ ਸੀ ਨਾ ਵੀ ਇਹਨੂੰ ਸੁਣਦਾ ਵੀ ਨਹੀਂ, ਇਹ ਬੋਲ ਵੀ ਨਹੀਂ ਸਕਦਾ, ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਅੱਗੇ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨੈਗੇਟਿਵ ਹੋ ਜਾਂਦੀਆਂ ਨੇ, ਡਾਊਨ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਸਰਵ ਕਲਾ ਸਮਰੱਥ ਹੈ, ਸਭ ਕੁਝ ਕਰ ਸਕਦੇ ਆ। ਸੋ ਮੈਂ ਇਹਨੂੰ ਸੰਖੇਪ ਵਿੱਚ ਦੱਸਾਂ ਕਿ ਉਹ ਜਦੋਂ ਪੁੱਛਣ ਲੱਗੇ ਤਾਂ ਉਹ ਬੋਲ ਵੀ ਪਿਆ, ਉਹਨੂੰ ਸੁਣਨ ਵੀ ਲੱਗ ਪਿਆ, ਉਹ ਗੀਤਾ ਦੇ ਅਰਥ ਵੀ ਕਰਨ ਲੱਗ ਪਿਆ। ਜਿਹੜੇ ਗੁਰੂ ਸਾਹਿਬਾਨ 1 ਸਕਿੰਟ ਵਿੱਚ ਸੋਟੀ ਲਾ ਕੇ ਉਸ ਨਪੜ ਨੂੰ ਗੂੰਗੇ ਬੋਲੇ ਨੂੰ ਬੁਲਾ ਵੀ ਸਕਦੇ ਆ, ਗਿਆਨ ਵੀ ਦੇ ਸਕਦੇ ਆ, ਉਹ ਤਾਂ ਸਾਡੇ ਵਾਸਤੇ ਸਰਵ ਕਲਾ ਸਮਰੱਥ। ਗੱਲ ਹੈ ਭਰੋਸੇ ਦੀ, ਗੱਲ ਹੈ ਭਰੋਸੇ ਨਾਲ। ਜਦੋਂ ਵੀ ਕੋਈ ਚੀਜ਼ ਸਾਡੇ ਕੋਲ ਨਹੀਂ ਹੁੰਦੀ ਅਤੇ ਢਹਿ ਕੇ ਅਰਦਾਸ ਕਰੀਏ ਤਾਂ ਉਹ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇੱਕ ਤਾਂ ਹੈਗੀ ਅਰਦਾਸ, ਬਲੈਸਿੰਗ ਗੁਰੂ ਸਾਹਿਬ ਜੀ ਵੱਲੋਂ, ਅਤੇ ਪ੍ਰੈਕਟਿਸ ਵੀ। ਜਦੋਂ ਸ਼ੁਰੂ ਵਿੱਚ ਤਾਂ ਪ੍ਰੈਕਟਿਸ ਕਰਨੀ ਪੈਣੀ ਆ, ਫਿਰ ਜਦੋਂ ਕਿਤੇ ਗੁਰੂ ਸਾਹਿਬ ਜੀ ਨੇ ਕਲਿੱਕ ਕਰਤਾ, ਬਖਸ਼ਿਸ਼ ਹੋ ਗਈ, ਜਿੱਦਾਂ ਭਾਈ ਸਾਹਿਬ ਹੋਣਾ ਨੇ ਦੱਸਿਆ, ਫਿਰ ਪਤਾ ਹੀ ਨਹੀਂ ਲੱਗਣਾ, ਫਿਰ ਤਾਂ ਦਿਲ ਕਰਨਾ ਵੀ ਮੈਂ ਹੋਰ ਬੈਠ ਜਾਵਾਂ, ਹੋਰ ਬਹਿ ਜਾਵਾਂ ਥੋੜ੍ਹਾ ਜਿਹਾ, ਇੱਦਾਂ ਅਵਸਥਾ ਬਣ ਜਾਂਦੀਆਂ। ਗੁਰੂ ਸਾਹਿਬ ਜੀ ਕਿਰਪਾ।
ਨਹੀਂ ਇਹ ਜਿਹੜੀ ਸੀਗੀ ਮੈਨੂੰ ਲੱਗਦਾ ਆ ਕਿ ਇਹ ਹੈਗੀ ਆ ਜਿਹੜਾ ਚੌਂਕੜੇ ਵਾਲੀ ਗੱਲ ਆ, ਇਹ ਸਮਾਧੀ ਦੀ ਭਗਤੀ ਦੀ ਗੱਲ ਆ। ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਭਗਤੀ ਕਰਨੀ ਆ, ਆਪਾਂ ਉਹਦੇ ਨਾਲ ਜੁੜਨਾ ਹੈ। ਅਤੇ ਨੈਚੁਰਲੀ ਜਦੋਂ ਅਸੀਂ ਬੈਠਾਂਗੇ, ਆਪਣੀਆਂ ਅੱਖਾਂ ਬੰਦ ਕਰਾਂਗੇ, ਆਪਣੀ ਗਿਆਨ ਇੰਦਰੀਆਂ ਨੂੰ ਕਾਬੂ 'ਚ ਕਰਾਂਗੇ, ਬੰਦ ਕਰਾਂਗੇ, ਅਤੇ ਫਿਰ ਹੀ ਭਗਤੀ ਕਰ ਸਕਦੇ ਹਾਂ। ਜਿਹੜਾ ਤੁਰਨਾ ਫਿਰਨਾ ਆ, ਇਹ ਤਾਂ ਨਹੀਂ ਹੈ ਕਿ ਉਹ ਮਾੜੀ ਚੀਜ਼ ਆ, ਅਤੇ ਪਰ ਜਿਹੜੀ ਆਪਣੇ ਆਪ ਨੂੰ ਤੁਸੀਂ ਫੋਕਸ ਕਰਨਾ ਆ, ਸਿਮਰਨ 'ਤੇ ਫੋਕਸ ਕਰ ਰਹੇ, ਇੱਕ ਪੁਆਇੰਟ 'ਤੇ ਫੋਕਸ ਕਰ ਰਹੇ ਹਾਂ, ਤੁਸੀਂ ਧੁੰਦ ਦੇ ਵਿੱਚ ਜਾ ਰਹੇ, ਥੱਲੇ ਜਾ ਰਹੇ, ਜਿੱਦਾਂ ਜਿੱਦਾਂ ਅਵਸਥਾ ਬਣਦੀ ਆ। ਗੁਰਸਿੱਖਾਂ ਦੀ ਕਿਤਾਬਾਂ ਪੜ੍ਹ ਕੇ ਪਤਾ ਲੱਗਾ ਆਪਾਂ ਨੂੰ, ਉੱਦਾਂ ਦਾ ਬੰਦਾ ਉਹ ਜਿਹੜਾ ਇਕਾਗਰਤਾ 'ਚ ਬਣਦਾ ਜਾਂਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ। ਇੱਕ ਗੁਰਸਿੱਖ ਸੀਗੇ, ਉਹਨਾਂ ਨੇ ਇੱਕ ਚੌਂਕੜੇ ਵਿੱਚ ਅਖੰਡ ਪਾਠ ਸਾਹਿਬ ਸਰਵਣ ਕੀਤਾ ਸੀ, ਅਤੇ ਮੈਂ ਉਹਨਾਂ ਨੂੰ ਵੈਸੇ ਪਿਆਰ ਸੀ ਮੇਰਾ ਉਹਨਾਂ, ਮੈਂ ਵੈਸੇ ਪੁੱਛਿਆ ਸੀਗਾ ਵੀ ਭਾਈ ਸਾਹਿਬ ਤੁਸੀਂ ਕਿੱਦਾਂ ਹੋਏ। ਉਹ ਕਹਿੰਦੇ ਕਿ ਉਸ ਵੇਲੇ ਉਹ ਖੁੱਡੇ ਕਰਾਲੇ ਉੱਥੇ ਅਖੰਡ ਪਾਠ ਸਾਹਿਬ ਸੀਗਾ, ਭਾਈ ਅਵਤਾਰ ਸਿੰਘ ਹੋਣੀ ਉਦੋਂ ਸੀਗੇ, ਅਤੇ ਉਹ ਉਦੋਂ ਕਹਿੰਦੇ ਗਏ ਉੱਥੇ, ਅਤੇ ਉੱਥੇ ਉਹ ਕਹਿੰਦੇ ਜਦੋਂ ਅਰਦਾਸ ਹੋਈ ਆ, ਹੁਕਮਨਾਮਾ ਹੋਇਆ, ਅਤੇ ਕਹਿੰਦੇ ਮੈਂ ਬੈਠ ਗਿਆ ਆ, ਅਤੇ ਉਹ ਸਿਰਫ ਉੱਦਾਂ ਵਿਚਾਰ ਡੂੰਘੀ ਚਲੇ ਗਈ ਸੀ ਕਿਤੇ ਗੁਰਮਤਿ ਦੀ। ਉਹ ਕਹਿੰਦੇ ਮੈਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਭੋਗ ਪੈ ਗਿਆ ਸੀਗਾ। ਕਹਿੰਦੇ ਮੈਨੂੰ ਇੱਦਾਂ ਲੱਗਦਾ ਸੀ ਮੈਂ ਹੁਣੇ ਬੈਠਾ ਹਾਲੇ। ਕਹਿੰਦੇ ਕੋਈ ਨਹੀਂ ਸਮਾਨ ਦੇ ਵਿੱਚ ਤੱਕਿਆ ਕਿ ਉਹ ਵੈਸੇ ਉਹਨਾਂ ਨੇ ਨਾਲੇ ਉਹ ਗੱਲ ਦੱਸ ਰਹੇ ਸੀਗੇ, ਨਾਲੇ ਵਿਰਾਗ 'ਚ ਆ ਰਹੇ ਸੀਗੇ। ਵੀ ਕਹਿੰਦੇ ਮੈਨੂੰ ਪਤਾ ਨਹੀਂ ਲੱਗਿਆ ਵੀ ਸੱਚੇ ਪਾਤਸ਼ਾਹ ਨੇ। ਅਤੇ ਉਹ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਬਈ ਸੀਕੁਐਂਸ ਬਣਿਆ ਹੁੰਦਾ, ਕੋਈ ਐਪੀਸੋਡ ਚੱਲਦਾ, ਕੋਈ ਸੀਰੀਅਲ ਚੱਲਦਾ ਆ, ਹੈ ਨਾ, ਉਹਦੇ ਐਪੀਸੋਡਸ ਬਣੇ ਹੋਏ ਆ। ਇੱਦਾਂ ਹੀ ਆ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਾਰੀ ਚੱਲ ਜਾਂਦਾ, ਫਿਰ ਉਹਦਾ ਆਹ ਵਾਹ ਹੋਰ ਅੱਗੇ ਚੱਲੀ ਜਾਂਦਾ। ਅਗਲਾ ਕੁਐਸਚਨ ਹੈਗਾ ਜੀ, ਈਵਨ ਦੋ ਸੰਯੋਗ ਇਜ਼ ਪ੍ਰੀ ਡੈਸਟਿਨਡ, ਹਾਊ ਡੂ ਆਈ ਨੋ ਦਿਸ ਇਜ਼ ਮਾਈ ਸੰਯੋਗ ਫਾਰ ਮੈਰਿਜ। ਵੀ ਜਿਹੜਾ ਸਾਡਾ ਸੰਯੋਗ ਹੋਣਾ ਆ ਵਿਆਹ ਦੇ ਲਈ ਆ, ਜ਼ਿਆਦਾ ਕੁਐਸਚਨ ਆਇਆ ਵੀ ਉਹ ਪਹਿਲਾਂ ਹੀ ਲਿਖਿਆ ਹੋਇਆ ਆ। ਮੈਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਮੇਰਾ ਵਿਆਹ ਦਾ ਸੰਯੋਗ ਜਿਹੜਾ ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਰੀਵਰਬ ਹੋ ਗਿਆ। ਅੱਛਾ, ਸੋ ਇਨ ਟਰਮਸ ਆਫ ਦ ਸੰਯੋਗ ਦੀ ਗੱਲ ਹੈ ਜਿਹੜੀ ਹੈ, ਆਈ ਥਿੰਕ ਜਿੱਦਾਂ ਹਰ ਇੱਕ ਗੁਰਸਿੱਖ ਕੰਮ ਜੋ ਵੀ ਕਰਦੇ, ਸਾਡਾ ਇਹ ਫਰਜ਼ ਬਣਦਾ ਸੀ ਉਦਮ ਕਰਨਾ। So we're going to try to make as much effort as we can to ਜਿੱਦਾਂ asking the right questions to see if they're suitable, compatible। ਹੁਣ ਇਹ ਜਿੱਦਾਂ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਵੇ, ਜਿੱਦਾਂ ਜਾਤ ਪਾਤ ਨਹੀਂ ਪੁੱਛਣੀ। You're not going to ask about how much money they're earning, how rich their families are, ਉਹਨਾਂ ਦੀ ਗੋਤ ਨਹੀਂ ਪੁੱਛਣੀ, all these kind of things ਨਾ। You can ask them ਜਿੱਦਾਂ ਗੁਣ ਵਾਲੇ ਸਵਾਲ ਪੁੱਛਣੇ ਆ। You can ask them ਜੇ ਤੁਹਾਡੇ ਗੁਣਾਂ ਦੀ ਮੇਲ ਹੁੰਦੀ ਆ, you know, you think that they're a nice person, that you think that you have that kind of connection, you can build a life with them। And the other thing is that in terms of ਤੁਸੀਂ ਅੱਗੇ ਵੀ ਪੁੱਛਣਾ, ਇੱਦਾਂ ਦੇ ਸਵਾਲ ਪੁੱਛਣੇ ਆ in terms of what's your aspirations in life, you know। And you know, ਮੁੰਡਾ, the Kuri needs to ask the munda maybe things like, okay, so what do you expect from me as a wife? What kind of responsibilities do you expect from me in the household? Because ਇਹ ਤਾਂ ਪ੍ਰੋਬਲਮ ਹੁੰਦਾ, ਫਿਰ ਇੱਦਾਂ ਦੇ ਸਵਾਲ ਪੁੱਛਦੇ, ਇੱਦਾਂ ਦੇ ਸਵਾਲ ਪੁੱਛਦੇ, ਨਿਤਨੇਮ ਕਿੱਦਾਂ, ਕਿੰਨੀਆਂ ਬਾਣੀ ਪੜ੍ਹਦਾ, ਕਿੰਨੇ ਵਜੇ ਉੱਠਦਾ, ਇੱਦਾਂ ਦੇ ਸਵਾਲ ਜਿੱਦਾਂ these are not that important ਨਾ। ਤੁਸੀਂ when you get married, then you build your life together, and that's the most beautiful thing about marriage, because you connect, you know। You see, they have this, ਜਿੱਦਾਂ ਹੁਣ ਅਸੀਂ serial, ਜਿੱਦਾਂ TV program ਦੇਖਦੇ, we have this kind of warped version of reality in terms of marriage, like you find the one, oh she's the one, ਇੱਦਾਂ ਨਹੀਂ ਹੁੰਦਾ। You become the one, you become the one for the other person through your connections। ਜਦੋਂ ਤੁਸੀਂ ਹੁਣ ਭਾਈ ਤਰਸੇਮ ਸਿੰਘ ਜੀ ਨੇ ਬਹੁਤ ਸੋਹਣੀ ਵਿਚਾਰ ਕੀਤੀ ਸੀ, he was ਕਿਸੇ ਦਾ ਆਨੰਦ ਕਾਰਜ ਹੋਇਆ ਸੀ, ਤਾਂ ਉਹ ਤਾਬਿਆਂ ਤੇ ਬੈਠੇ ਸੀ, and he was giving kind of instructions to the married couple। ਉਹ ਕਹਿੰਦਾ ਸੀ ਜਦੋਂ ਤੁਸੀਂ when you're gonna now, ਇਹ ਬਹੁਤ ਜ਼ਰੂਰੀ ਆ, ਤੁਸੀਂ ਹੁਣ ਤੁਹਾਡਾ ਨਵਾਂ ਆਨੰਦ ਕਾਰਜ ਹੋਇਆ, ਤੁਸੀਂ you're gonna wake up together, ਤੁਸੀਂ ਇਕੱਠੇ ਅੰਮ੍ਰਿਤ ਵੇਲਾ ਕਰਨਾ, ਤੁਸੀਂ ਇਕੱਠੇ ਨਾਮ ਜਪਣਾ, you're gonna do ਨਾਮ ਜਪਣਾ, you're gonna do the ਅੰਮ੍ਰਿਤ ਵੇਲਾ together, you're gonna do your ਬਾਣੀ together, and that's where you start forming that connection। So ਚੱਲਦੇ ਦਿਨ ਵਿੱਚ ਵੀ ਤੁਸੀਂ, you know, then the other things is kind of like you learn what the other person
how they feel loved, you know, what makes them feel loved, what makes my wife, what makes my husband feel loved. And then you do those things, you know these kinds of things about you, and then you become the one. Then you fall in love, ਕਹਿ ਸਕਦੇ ਨਾ, ਇੱਕ ਦੋ ਦਾ ਪਿਆਰ ਬਣ ਜਾਂਦਾ. But in terms of the ਸੰਜੋਗ ਗੱਲ, it's the most important thing is asking the right questions, ਚੰਗੇ ਸਵਾਲ ਪੁੱਛਣੇ ਆ, ਉਹਨਾਂ ਦੇਖਣੇ ਕਿੱਦਾਂ ਦੇ ਗੁਣ ਹੈਗੇ ਆ, you know, what kind of, you know, ਚੰਗੇ ਜਿੱਦਾਂ ਸੰਸਕਾਰ they've got from their family, that kind of thing, and the expectations that you have from each other. ਬਾਕੀ ਦਾ ਸੰਜੋਗ ਦਾ ਤੁਸੀਂ don't worry about all this, all that, you know, we can't have any control over that. All we can control is how we go about searching for the right partner. So if we can do it, ਗੁਰਮਤਿ ਜਿੰਨਾ ਵੀ ਕਰ ਸਕਦੇ. And the thing is, you know what, just one last thing, ਇੱਕ ਬੀਬੀ ਮੈਨੂੰ ਆਈ ਅੰਮ੍ਰਿਤਧਾਰੀ, ਕਹਿੰਦੀ ਹੈ ਪੁੱਤ ਮੈਂ ਸਿੰਘ ਲੱਭਦੀ ਆ ਮੇਰੇ ਕੁੜੀ ਲਈ, ਬਸ ਇੱਕ ਸ਼ਰਤ ਹੈ, ਹੁਣ ਅੰਮ੍ਰਿਤਧਾਰੀ ਆ, ਕਹਿੰਦਾ ਇੱਕ ਸ਼ਰਤ ਆ, ਮੁੰਡਾ ਜੱਟ ਹੋਣਾ ਚਾਹੀਦਾ ਬਸ, ਬਾਕੀ ਦਾ ਕੋਈ ਸ਼ਰਤ. And that marriage lasted about 9 months, 10 months, and then they divorced. But ਇੱਕ ਹੀ ਸ਼ਰਤ ਸੀ, ਮੁੰਡਾ ਜੱਟ ਹੋਣਾ ਚਾਹੀਦਾ, ਕਿਰਪਾਨ ਪਾ ਕੇ ਕਹਿੰਦੀ ਮੈਨੂੰ. So this is the problem, you know, when you go away from Guru's Siddhanta, then Guru's like not involved, and they would say in the marriage, as well in the marriage course, that you have three in every Sikh, successful Sikh marriage. You have husband, wife, and you have the Guru. ਜਦੋਂ ਕਿਸੇ ਗੁਰੂ ਕੱਢ ਦਿੰਦੇ, and then, you know, then you don't have that otasra. So every Sikh marriage is ਤਿੰਨ ਹੁੰਦੇ, ਠੀਕ ਹੈ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Thank you so much. ਜਿਹੜਾ ਸੰਜੋਗ ਆ ਹੈ ਤਾਂ ਲਿਖਿਆ ਤੋਂ ਰਹੀ ਹੁੰਦਾ, ਪਰ ਪ੍ਰਗਟ ਜਿਹੜਾ ਆ ਉਹ ਕਿਸੇ ਦੇ ਥਰੂ ਹੁੰਦਾ, ਉਹਦੀ ਡਿਊਟੀ ਲੱਗੀ ਹੋਈ ਆ, ਕਿਸੇ ਗੁਰਸਿੱਖ ਦੇ ਥਰੂ, ਜਾਂ ਸਾਡੇ ਆਪਣੀ ਇੱਕ ਪ੍ਰੇਰਨਾ ਜਿਹੜੀ ਆ ਗੁਰੂ ਦੇ ਸਾਹਿਬ ਨੇ ਕੋਈ ਦਿੱਤੀ ਆ. ਅਤੇ ਬਾਕੀ ਹਾਂਜੀ. ਜਿਹੜਾ ਪਿਆਰ ਇਸ਼ਕ ਆ ਉਹ ਦੋ ਤਰ੍ਹਾਂ ਦਾ ਹੈ. ਇੱਕ ਹੁੰਦਾ ਇਸ਼ਕ ਹਕੀਕੀ, ਇੱਕ ਹੁੰਦਾ ਇਸ਼ਕ ਮਿਜ਼ਾਜੀ. ਜਿਹੜਾ ਇਸ਼ਕ ਹਕੀਕੀ ਆ ਉਹ ਸਾਡਾ ਵਾਹਿਗੁਰੂ ਜੀ ਦੇ ਨਾਲ ਆ. ਜਿਹੜਾ ਮਿਜ਼ਾਜੀ ਆ ਉਹ ਕਾਮ ਦੇ ਵਸ ਹੋ ਕੇ ਆ. ਅਤੇ ਗੁਰੂ ਸਾਹਿਬ ਜੀ ਨੇ ਕਿਹਾ, ਏਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਡੀਏ ਸਦੀ ਰਹਿ ਸਮਾਏ. ਸਤਿਗੁਰੂ ਜੀ ਕਹਿੰਦੇ, ਰੱਤੇ ਇਸ਼ਕ ਖੁਦਾਏ ਰੰਗ ਦੇ ਦਾੜ ਕੇ. ਜਿਹੜਾ ਭੈਣ ਭਰਾਵਾਂ ਦੇ ਨਾਲ, ਪਤੀ ਪਤਨੀ ਦੇ ਨਾਲ ਪਿਆਰ, ਉੱਥੇ ਕੋਈ ਇੱਦਾਂ ਦੀ ਚੀਜ਼ ਨਹੀਂ ਹੁੰਦੀ, ਉਹ ਇੱਕ ਡਿਫਰੈਂਟ ਟਾਈਪ ਦੀ ਆ. ਮਾਂ ਬਾਪ ਦੇ ਨਾਲ ਆਪਣਾ ਜਿਹੜਾ ਹੈਗਾ. ਸੋ ਜਿਹੜਾ ਲਵ ਮੈਰਿਜ ਹੈਗੀਆਂ ਆ, ਉਹ ਇੱਕ ਤਾਂ ਇਹ ਚੀਜ਼ ਹੈਗੀ ਆ ਕਿ ਤੁਸੀਂ ਜਦੋਂ ਉਸ ਚੀਜ਼ ਦੇ ਵਿੱਚ ਵੜ ਗਏ ਆ, ਅਤੇ ਤੁਸੀਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਬੱਜਰ ਕਰਾਇਤ ਦੱਸੀ ਹੋਈ ਆ, ਉਹ ਬਾਉਂਡਰੀ ਕ੍ਰਾਸ ਕਰ ਜਾਂਦੇ ਆ. ਜੇ ਉਹ ਬਾਉਂਡਰੀ ਕ੍ਰਾਸ ਹੋ ਗਈ ਤਾਂ ਸਾਡਾ ਭੱਠਾ ਬਹਿ ਗਿਆ. ਕਿੱਥੇ ਜਾ ਕੇ ਫਿਰ ਜੂਨਾਂ 'ਚ ਪਵਾਂਗੇ, ਫਿਰ ਕਿੱਥੋਂ ਆਵਾਂਗੇ, ਦੁਬਾਰਾ ਫਿਰ ਲਾਈਫ ਸ਼ੁਰੂ ਹੋਊਗੀ. ਸੋ ਬੀ ਕੇਅਰਫੁਲ ਅਬਾਊਟ ਦਿਸ. ਜਿਹੜੇ ਛੋਟੇ ਬੱਚੇ ਆ ਹਾਲੇ, ਜਾਂ ਮੈਂ ਤਾਂ ਕਹਿੰਦਾ ਉਹਨਾਂ ਡਿਗਰੀ ਹੋ ਜਾਵੇ, ਫਿਰ ਤੁਸੀਂ ਮੈਚੋਰ ਹੋ ਜਾਂਦੇ ਆ, ਫਿਰ ਤੁਸੀਂ ਆਪਣਾ ਲਾਈਫ ਪਾਰਟਨਰ ਚੂਜ਼ ਕਰ ਸਕਦੇ ਆ. ਬਾਕੀ ਥੋੜ੍ਹਾ ਜਿਹਾ I think ਮੈਂ ਥੋੜ੍ਹਾ ਜਿਹਾ ਇੱਕ ਸਟੋਰੀ, I think ਕਿ ਮੇਬੀ ਪਹਿਲਾਂ ਹੀ, I think some have heard it before, right? So ਕਿ ਜਿਹੜਾ ਮੇਰਾ ਸਟੋਰੀ, ਕਿ ਮੇਰਾ ਸੰਜੋਗ ਕਿਵੇਂ ਹੋਇਆ ਸੀਗਾ, ਰਾਈਟ? ਸੋ ਜਿਸ ਤਰ੍ਹਾਂ ਮੇਰਾ, ਤੁਸੀਂ ਸਾਰੇ ਜਾਣਦੇ ਹੈਗੇ ਆ, ਮਾਈ ਵਾਈਫ ਇਜ਼ ਹੀਅਰ, ਗੁਰਸਿਮਰਨ ਕੌਰ, ਸ਼ੀ ਇਜ਼ ਡੂਇੰਗ ਦ ਲੰਗਰ ਸੇਵਾ ਐਟ ਦ ਕੈਂਪ. ਅਤੇ ਸੋ ਇੱਕ ਵਾਰੀ ਮੈਂ ਕੈਂਪ 'ਤੇ ਗਿਆ ਸੀਗਾ, ਇੱਕ ਕੈਂਪ ਕੈਲੀਫੋਰਨੀਆ ਦੇ ਵਿੱਚ ਸੀਗਾ. ਅਤੇ ਮੇਰੇ ਮਨ ਦੇ ਵਿੱਚ ਬਿਲਕੁਲ ਨਹੀਂ ਸੀਗਾ ਕਿ ਮੈਂ ਚਾਹੁੰਦਾ ਸੀਗਾ ਕਿ ਮੈਂ ਗੁਰਸਿਮਰਨ ਕੌਰ ਦੇ ਨਾਲ ਆਨੰਦ ਕਾਰਜ ਕਰਨਾ ਆ, ਰਾਈਟ? ਸੋ ਦੇਰ ਵਾਜ਼ ਨੋ ਲਾਈਕ, you know, basically ਕਿ ਬੇਸਿਕ ਜਿਹੜਾ ਲਾਈਕ ਭੈਣ ਭਰਾ ਵਾਲਾ, you know, ਸਿਸਟਮ ਸੀਗਾ, ਰਾਈਟ? ਮੈਂ ਜਾਣਦਾ ਸੀਗਾ ਗੁਰਸਿਮਰਨ ਕੌਰ ਨੂੰ, ਪਰ ਕੋਈ ਇਸ ਤਰ੍ਹਾਂ ਨਹੀਂ ਸੀ. ਅਤੇ ਦੋਸਤ ਉੱਥੇ ਮੇਰੇ ਫਰੈਂਡ ਸੀਗੇ ਕੈਂਪ ਦੇ ਵਿੱਚ, ਜਿਹੜੇ ਉਹ ਕਹਿੰਦੇ ਸੀਗੇ ਮੈਨੂੰ ਕਿ ਤੂੰ ਗੁਰਸਿਮਰਨ ਕੌਰ ਨਾਲ ਆਨੰਦ ਕਾਰਜ ਕਰਨਾ ਚਾਹੀਦਾ ਆ, ਰਾਈਟ? ਅਤੇ ਮੇਰਾ ਇੰਟਰਸਟ ਨਹੀਂ ਸੀਗਾ, ਰਾਈਟ? ਅਤੇ ਮੈਂ ਬਾਰ ਕਹਿੰਦਾ ਸੀਗਾ ਕਿ ਨਹੀਂ, ਆਈ ਡੋਂਟ ਵਾਂਟ ਟੂ ਮੈਰੀ ਹਰ, ਰਾਈਟ? ਲਾਈਕ ਤੁਸੀਂ ਡੋਂਟ ਸੁਜੈਸਟ ਇਟ, ਰਾਈਟ? ਪਰ ਮੈਨੂੰ ਕੀ ਪਤਾ ਸੀਗਾ, ਰਾਈਟ? ਆਈ ਡੋਂਟ ਨੋ ਲਾਈਕ ਕਿ ਵਾਟਸ ਗੁੱਡ ਫॉर ਮੀ, ਰਾਈਟ? ਸੋ ਅਤੇ ਫਿਰ ਅਖੀਰਲੇ ਦਿਨ 'ਤੇ
ਸੋ ਐਕਚੁਅਲੀ 2 ਮਹੀਨੇ ਪਹਿਲਾਂ ਮੈਂ ਇੱਕ ਅਰਦਾਸ ਕੀਤਾ ਸੀਗਾ ਕਿ ਗੁਰੂ ਸਾਹਿਬ ਤੁਸੀਂ ਪਲੀਜ਼ ਮੈਂ 26 ਸਾਲ ਸੀਗਾ ਉਦੋਂ ਰਾਈਟ ਮੈਂ ਪਲੀਜ਼ ਤੁਸੀਂ ਮੈਨੂੰ ਐਂਡ ਆਫ ਦ ਈਅਰ ਤੱਕ ਮੈਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਸੰਜੋਗ ਕਿੱਥੇ ਹੈਗਾ ਆ ਰਾਈਟ ਸੋ ਇਹ ਜਿਹੜਾ ਕੈਂਪ ਹੋਇਆ ਸੀਗਾ ਦਸੰਬਰ 26 ਤੋਂ 30 ਸੀਗਾ ਸੋ ਜਿਹੜਾ ਲਾਸਟ ਡੇ 29 ਸੀਗਾ ਅਤੇ ਮੇਰੇ ਮਨ 'ਚ ਸੀਗਾ ਕਿ ਮੈਂ ਅਰਦਾਸ ਇਹ ਕੀਤਾ ਸੀਗਾ ਕਿ ਮੈਨੂੰ ਪਤਾ ਹੋਣਾ ਚਾਹੀਦਾ ਆ ਪਰ ਜਿਹੜਾ ਮੇਰੇ ਫਰੈਂਡ ਜਿਹੜੇ 2 ਉੱਥੇ ਸੀਗੇ ਕੈਂਪ 'ਤੇ ਉਹ ਮੈਨੂੰ ਸੁਜੈਸਟ ਕਰਦੇ ਸੀ ਗੁਰਸਿਮਰਨ ਕੌਰ ਜਿਹੜਾ ਮੇਰਾ ਇੰਟਰਸਟ ਨਹੀਂ ਸੀਗਾ ਅਤੇ ਫਿਰ ਉਹ ਬਾਰ-ਬਾਰ ਸੁਜੈਸਟ ਕਰਦੇ ਸੀਗੇ ਅਤੇ ਮੈਂ ਜਿਹੜਾ ਅਖੀਰਲਾ ਰਾਤ ਜਿਹੜਾ 29 ਰਾਤ ਸੀਗਾ ਮੈਂ ਫਰਸਟ੍ਰੇਸ਼ਨ ਦੇ ਵਿੱਚ ਮੈਂ ਕਹਿਤਾ ਸੀਗਾ ਫਿਰ ਕਿ ਹੁਣ ਤਾਂ ਜੇ ਕੱਲ੍ਹ ਸਵੇਰ ਦੇ ਵਿੱਚ ਜਿਹੜਾ ਦਰਬਾਰ ਦੇ ਵਿੱਚ ਲਾਵਾਂ ਦਾ ਹੁਕਮਨਾਮਾ ਆਉਂਦਾ ਹੈਗਾ ਫਿਰ ਮੈਂ ਮੰਨੂਗਾ ਰਾਈਟ ਮੈਨੂੰ ਪਤਾ ਸੀਗਾ ਕਿ 1% ਚਾਂਸ ਹੈਗਾ ਆ ਲਾਵਾਂ ਦਾ ਵੀ ਘੱਟ ਹੀ ਹੈਗਾ ਆ 1% ਤੋਂ ਘੱਟ ਚਾਂਸ ਹੋਊਗਾ ਰਾਈਟ ਅਤੇ ਫਿਰ ਆਇਆ ਸੀ ਅਗਲੇ ਸਟਕ ਹੋ ਗਿਆ ਰਾਈਟ ਅਤੇ ਫਿਰ ਲਾਈਕ ਹੋਰ ਵੀ ਸਟੋਰੀ ਹੈਗਾ ਪਰ ਬੇਸਿਕਲੀ ਮੇਰੇ ਲਈ ਲਾਈਕ ਵੈਰੀ ਗੁੱਡ ਸੰਜੋਗ ਅਮੇਜ਼ਿੰਗ ਸੰਜੋਗ ਫॉर ਮੀ ਰਾਈਟ ਜਿਹੜਾ ਮੈਂ ਨਹੀਂ ਚਾਹੁੰਦਾ ਸੀਗਾ ਪਰ ਗੁਰੂ ਸਾਹਿਬ ਨੇ ਆਪੇ ਬੇਸਿਕਲੀ ਫੋਰਸਫੁਲੀ ਕਰਾਤਾ ਸੀਗਾ ਥੈਂਕ ਯੂ ਅੱਛਾ ਠੀਕ ਹੈ ਓਕੇ ਜੀ ਅਤੇ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਸਾਰੇ ਜਿਹੜਾ ਯੂਥ ਆ ਸਾਰਿਆਂ ਨੇ ਅਸੀਂ ਵੀ ਆਪਾਂ 4 ਬੱਜਰਕ੍ਰਿਤਾਂ ਤੋਂ ਜ਼ਰੂਰ ਬਚਣਾ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਸਿੱਖੀ ਉਹਦੇ 'ਤੇ ਖੜੀ ਸਾਰੀ ਤੁਹਾਡਾ ਜੀਵਨ ਤੁਹਾਡੀ ਪਿਛਲੀ ਕਮਾਈ ਤੁਹਾਡਾ ਸਾਰਾ ਕੁਝ ਉਹਦੇ 'ਤੇ ਖੜਾ ਹੈ ਅਤੇ ਸਤਿਗੁਰੂ ਜੀ ਅੱਗੇ ਅਰਦਾਸ ਕਰਦੇ ਰਹਿਣਾ ਆਪਣੇ ਵੱਸ 'ਚ ਨਹੀਂ ਹੁੰਦੀਆਂ ਇਹ ਚੀਜ਼ਾਂ ਅਗਲਾ ਕੁਐਸਚਨ ਹੈ ਕੀ ਸੰਤ ਹੁੰਦੇ ਹਨ ਗੁਰਬਾਣੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਪ੍ਰਿੰਸੀਪਲ ਸਾਹਿਬ ਵਾਹਿਗੁਰੂ ਕਿੰਨੇ ਕੁ ਇੱਥੇ ਬੱਚੇ ਹੈਗੇ ਆ ਜਿਨ੍ਹਾਂ ਨੇ ਕਿ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਇੱਕ ਵਾਰੀ ਤੋਂ ਵੱਧ ਕੀਤਾ ਹੈ ਪੂਰਾ ਆਪਣਾ ਆਪ ਜਿਨ੍ਹਾਂ ਨੇ ਪੂਰਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਕਿੰਨੇ ਕੇ ਅਪਰੋਕਸੀਮੇਟ 10 ਹੋ ਗਏ 10 ਜਣੇ ਹੈਗੇ ਬਸ ਠੀਕ ਹੈ ਜਿਹੋ ਜਿਹੇ ਸਵਾਲ ਇੱਥੇ ਆ ਰਹੇ ਨੇ ਉਸ ਤੋਂ ਇਹੀ ਪਤਾ ਹਰ ਚੀਜ਼ ਦੇ ਸਵਾਲ ਦੇ ਜਵਾਬ ਜਿਹੜੇ ਨੇ ਨਾ ਅਖੀਰ ਵਿੱਚ ਲੱਭਣੇ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਹੈ ਤੁਹਾਡੇ ਸਵਾਲ ਨਹੀਂ ਸਿਰਫ ਇਹ ਜਿਹੜੇ ਤੁਸੀਂ ਇੱਥੇ ਬੈਠੇ ਹੋਏ ਹੋ ਇੱਥੇ ਤਾਂ ਤਕਰੀਬਨ ਸਾਰੇ ਹੀ ਮੈਨੂੰ ਸਿੱਖ ਬਾਣੇ ਵਿੱਚ ਹੀ ਮਿਲ ਰਹੇ ਨੇ ਪੂਰੇ ਵਰਲਡ ਦੇ ਯੂਕਰੇਨ ਵਿੱਚ ਜੋ ਕੁਝ ਹੋ ਰਿਹਾ ਉਹ ਨਿਜਰ ਉੱਥੇ ਜਿਹੜਾ ਅਫਰੀਕਾ ਜਿੱਥੇ ਵੀ ਜੋ ਕੁਝ ਹੋ ਰਿਹਾ ਨਾ ਉੱਤੇ ਥੱਲੇ ਹੋ ਰਹੀ ਇੰਡੀਆ ਵਿੱਚ ਹੋ ਰਿਹਾ ਸਾਰਿਆਂ ਦਾ ਸੋਲਿਊਸ਼ਨ ਜਿਹੜਾ ਨਾ ਉਹਨਾਂ ਦਾ ਸੋਲਿਊਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਕਿੰਨੇ ਹੈ ਇੱਥੇ ਹੁਣ ਤੁਸੀਂ ਦੇਖ ਲਓ ਇਹ ਸਾਰੇ ਅੰਮ੍ਰਿਤਧਾਰੀ ਪਰਿਵਾਰ ਬੈਠੇ ਹੈ ਹਾਂ ਸਾਰੇ ਅੰਮ੍ਰਿਤਧਾਰੀ ਹੈ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਸੁਖਮਨੀ ਸਾਹਿਬ ਜਿਹੜੀ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਸੌਖੀ ਬਾਣੀ ਹੈ ਜਿਹਨੂੰ ਪੜ੍ਹੋ ਨਾ ਜਦ ਮੈਂ ਪਹਿਲੀ ਵਾਰੀ ਪੜ੍ਹੀ ਸੀ ਲਾਈਫ ਦੇ ਵਿੱਚ ਉਦੋਂ ਮੇਰੀ ਉਮਰ ਜਿਹੜੀ ਹੈ ਉਹ 26 ਦੇ ਆਸ-ਪਾਸ ਸੀ ਉਹ ਵੀ ਤਾਂ ਮੈਂ ਪੜ੍ਹੀ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸਹਿਜ ਪਾਠ ਪਹਿਲਾਂ ਆਰੰਭ ਕੀਤਾ ਅਤੇ ਉਹ ਮਹੀਨੇ ਕੁ ਬਾਅਦ ਜਿਹੜਾ ਨਾ ਜਾਂ ਕੋਈ 20 ਦਿਨ ਬਾਅਦ ਉਹ ਸੁਖਮਨੀ ਸਾਹਿਬ ਆ ਗਿਆ 262 ਅੰਗ 'ਤੇ ਉਹ ਪਾਠ ਸ਼ੁਰੂ ਹੁੰਦਾ ਮੈਂ ਮਾੜਾ ਮੋਟਾ ਕਿਤੇ ਮਾਈਕ ਵਿੱਚ ਸੁਣਿਆ ਹੋਇਆ ਸੀ ਜਦ ਮੈਂ ਪਹਿਲੀ ਪੜ੍ਹਨ ਲੱਗਿਆ ਮੈਂ ਕਿਹਾ ਤੇ ਬੜਾ ਹੀ ਸੌਖਾ ਉਸ ਤੋਂ ਪਹਿਲੇ ਜੋ ਪੜ੍ਹਿਆ ਸੀ 262 ਤੱਕ ਉਹਦਾ ਸਾਰਾ ਨਹੀਂ ਸਮਝ ਆਉਂਦਾ ਸੀ ਅਤੇ ਬੜੀ ਸਿੰਪਲ ਸੀ ਹੁਣ ਉਹ ਵੀ ਬਾਣੀ ਜਿਹੜੀ ਹੈ ਸਿੱਖਾਂ ਨੇ ਹੀ ਨਹੀਂ ਪੜ੍ਹੀ ਇੱਥੇ ਵਾਲੇ ਸਾਰੇ ਅੰਮ੍ਰਿਤਧਾਰੀ ਬੈਠੇ ਹੈ ਅਸੀਂ ਕਿਸੇ ਹੋਰ ਪਿੰਡ ਦੇ ਗੁਰਦੁਆਰੇ ਵਿੱਚ ਚਲੇ ਜਾਈਏ ਪਿੰਡ ਦੇ ਗੁਰਦੁਆਰੇ 'ਚ ਉੱਥੇ ਕਿੰਨੇ 12,000 ਪਿੰਡ ਹੈ ਅਤੇ 39,000 ਗੁਰਦੁਆਰੇ ਹੈ ਪੰਜਾਬ ਦੇ ਵਿੱਚ ਕਈਆਂ ਦੇ ਸੁਖਮਨੀ ਸਾਹਿਬ ਹੁੰਦਾ ਕਈਆਂ 'ਚ ਨਹੀਂ ਹੁੰਦਾ ਪਰ ਹੁੰਦਾ ਕੀ ਹੈ ਹੁਣ ਤਾਂ ਉਹ ਵੀ ਇੰਨੇ ਦਲੇਰ ਹੋ ਗਏ ਨੇ ਜਿਹੜੇ ਉੱਥੇ ਦੇ ਹੈਗੇ ਉਹ ਅੱਜ ਕੱਲ੍ਹ ਇਹੋ ਜਿਹੀਆਂ ਡਿਵਾਈਸਿਸ ਆ ਗਈਆਂ ਉਹ ਮਾਈਕ 'ਤੇ ਲਗਾ ਦਿੰਦੇ ਸਨ ਮੰਦਿਰ ਦੇ ਵਿੱਚ ਭਜਨ ਲਾ ਕੇ ਨਾ ਅਤੇ ਉਹ ਬਾਹਰ ਘੁੰਮਦਾ ਰਹਿੰਦਾ ਬੰਦਾ ਅਤੇ ਹੁਣ ਭਾਈ ਵੀ ਇੰਨੇ ਸਮਾਰਟ ਹੋ ਗਏ ਉਹ ਲਾਤਾ ਉਹ ਸੁਖਮਨੀ ਸਾਹਿਬ ਕਿਹਦੇ ਵਾਸਤੇ ਵੱਜ ਰਿਹਾ ਲੋਕ ਘਰਾਂ 'ਚ ਹੈ ਜਿਹੜਾ ਉੱਥੇ ਹੈ ਜੇ ਸਭ ਤੋਂ ਸੌਖੀ ਬਾਣੀ ਜੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਕੋਲ ਹੈ ਜਿਨ੍ਹਾਂ ਕੋਲ ਗੁਟਕੇ ਹੈ ਜੇ ਉਹ ਨਹੀਂ ਪੜ੍ਹਨਗੇ ਤਾਂ ਦੱਸੋ ਕੌਣ ਪੜ੍ਹੇਗਾ
ਇਹ ਤਾਂ ਸਿੱਖਾਂ ਦੀ ਜਿਹੜੀ ਇਹ ਡਿਊਟੀ ਲੱਗੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਹੈ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਹੈ ਜੀ। ਗੁਰੂ ਨਾਨਕ ਸਾਹਿਬ ਨੇ ਜਿਹੜਾ ਉਹ 10 ਜਾਮੇ ਧਾਰ ਕੇ ਤੇ 239 ਸਾਲਾਂ ਦੇ ਵਿੱਚ ਪੂਰਾ ਵਰਲਡ ਜਿਹੜਾ ਘੁੰਮ ਕੇ ਤੇ ਉਹ ਮੈਸੇਜ ਜਿਹੜਾ ਉਹ ਦਿੱਤਾ। ਉਹਨਾਂ ਨੇ ਇੱਕ ਕੰਮ ਕੀਤਾ, ਅਸੀਂ ਤਾਂ ਇੱਥੇ 4 ਦਿਨ ਦਾ ਕੈਂਪ ਲਾਣਾ, ਉਸ ਤੋਂ ਅਸੀਂ ਚਲੇ ਜਾਣਾ। ਤੇ ਉਹਨਾਂ ਨੇ ਇਹ ਜਿਹੜਾ ਜੋ ਕੰਮ ਕੀਤਾ ਹੈ, ਉਸ ਤੋਂ ਬਾਅਦ ਹੁਣ ਦਸਮ ਪਾਤਸ਼ਾਹ ਨੂੰ ਜੋਤੀ ਜੋਤ ਸਮਾਇਆ ਤੇ ਉਹ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹੋਏ ਨੂੰ ਤਕਰੀਬਨ 350 ਸਾਲ ਹੋ ਗਏ। ਉਹ ਮੈਸੇਜ ਉਹ ਜਿਹੜਾ ਉਹ ਹੁਣ ਉਹਦੀ ਰਿਸਪੋਂਸਿਬਿਲਿਟੀ ਹੈ ਉਹ ਸਿੱਖਾਂ ਦੀ ਹੈ ਕਿ ਉਹ 5 ਪਿਆਰੇ ਥਾਪ ਦਿੱਤੇ, ਇਹਨੂੰ ਹੁਣ ਅੱਗੇ ਪੂਰੇ ਵਰਲਡ ਤੱਕ ਉਹਨੇ ਜਾਣਾ। ਉਹ ਕਿਹਦੇ 'ਚੋਂ ਨਿਕਲਣੀ ਹੈ? ਉਹ ਨਿਕਲਣੀ ਹੈ ਸਿੱਖ ਜੀਵਨ ਜਾਂਚ ਦੇ ਵਿੱਚੋਂ। ਜਿਹੋ ਜਿਹੇ ਸਿੱਖ ਗੁਰੂ ਸਾਹਿਬ ਵਾਲੇ ਹੁੰਦੇ ਸੀ ਉਹੋ ਜਿਹੇ ਹੋਣਗੇ। ਉਹ ਜਾਂਦੇ ਸੀ ਜਿਹੜੇ ਪ੍ਰਚਾਰ ਕਰਨ ਵੱਖ-ਵੱਖ ਹਿੰਦੁਸਤਾਨ ਦੇ, ਹੈ ਜੀ। 5 ਪਿਆਰੇ ਕਿੰਨੀ ਦੂਰ ਦੇ ਸੀ, ਇੱਕ ਤਾਂ ਦਵਾਰਕਾ ਦੇ ਸੀ ਤੇ ਇੱਕ ਕੀ ਕਹਿੰਦੇ ਨੇ ਉੜੀਸਾ ਦੇ ਵਿੱਚ ਕਿਹੜਾ ਹੈ ਜਗਨਨਾਥਪੁਰੀ ਦੇ ਸੀ, ਕਿੱਥੋਂ ਦੇ ਹੈਗੇ ਸੀ, ਇੱਕ ਲਾਹੌਰ ਦੇ ਸੀ, ਹੈ ਜੀ। ਅਤੇ ਇਹ ਉਹਨਾਂ ਸਿੱਖਾਂ ਦੀ ਕਲੈਕਟਿਵ। ਅਤੇ ਜੇ ਸਿੱਖ ਜਿਹੜੇ ਸੁਖਮਨੀ ਸਾਹਿਬ ਹੀ ਨਹੀਂ ਪੜ੍ਹਦੇ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਕੀ ਪੜ੍ਹਨਾ? ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੇ ਕੇਸ ਦੱਸ ਰਿਹਾ, ਮੈਂ 26 ਸਾਲ ਦੀ ਉਮਰ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਸੀ। ਅਤੇ ਪੜ੍ਹਨਾ ਕਿੰਝ ਮੈਨੂੰ ਮੇਰੇ ਪੇਰੈਂਟਸ ਨੇ ਵੀ ਨਹੀਂ ਮੈਨੂੰ ਆਖਿਆ ਕਿ ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹ। ਉਹ ਤਾਂ ਇੱਕ ਦਿਨ ਮੈਂ ਦਫ਼ਤਰ ਬੈਠਾ ਸੀ, 31 ਦਸੰਬਰ ਦਾ ਦਿਨ ਸੀ। ਉੱਥੇ 4-5 ਮੇਰੇ ਕੁਲੀਗਸ ਬੈਠੇ ਸੀ। ਇੱਕ ਕਹਿੰਦਾ ਯਾਰ ਟੁਮਾਰੋ ਇਜ਼ ਅ ਨਿਊ ਈਅਰਸ ਡੇ, ਆਈ ਵਿਲ ਕੁਇਟ ਸਮੋਕਿੰਗ। ਉਹ ਇੱਕ ਕੋਲੋਂ ਦੂਜਾ ਹੋਰ ਬੋਲਿਆ, ਸਾਰੇ ਉਹ ਮੋਨੇ ਸੀ, ਹਿੰਦੂ ਸੀ। ਉਹ ਕਹਿੰਦਾ ਆਈ ਵਿਲ ਕੁਇਟ ਬੂਜ਼। ਅਤੇ ਮੈਂ ਮਨ 'ਚ ਸੋਚਦਾ ਰਿਹਾ, ਮੈਂ ਕਿਹਾ ਵੀ ਮੈਂ ਤਾਂ ਇਹ ਦੋਨੋਂ ਕੰਮ ਤਾਂ ਮੈਂ ਕਰਦਾ ਹੀ ਨਹੀਂ ਹੈਗਾ, ਅਤੇ ਮੈਂ ਕੀ ਫਿਰ ਮੈਂ ਕਰਾਂਗਾ, ਕੱਲ੍ਹ ਤੋਂ ਮੈਂ ਕੀ ਕਰਾਂਗਾ। ਅਤੇ ਫਿਰ ਮੇਰੇ ਮਨ 'ਚ ਆਇਆ, ਮੈਂ ਕਿਹਾ ਮੈਂ ਤਾਂ ਕੋਈ ਨਾ ਮੈਂ ਸ਼ਰਾਬ ਪੀਂਦਾ ਵਾਂ ਨਾ ਮੈਂ ਕਰਦਾ, ਪਾਠ ਵੀ ਮੈਂ ਨਹੀਂ ਕਰਦਾ ਸੀ। ਅਤੇ ਮੈਂ ਕਿਹਾ ਚਾਹ ਪੀਂਦਾ, ਮੈਂ ਕਿਹਾ ਪਰ ਚਾਹ ਕਿਹੜੀ ਕੋਈ ਮਾੜੀ ਚੀਜ਼ ਹੈ? ਮੈਂ ਕਿਹਾ ਚਾਹ ਤਾਂ ਨਹੀਂ ਮੈਂ ਛੱਡਦਾ, ਹੈ ਜੀ। ਮੈਂ ਮਨ ਨੇ ਸੋਚਿਆ, ਮੈਂ ਬੋਲਿਆ ਨਹੀਂ। ਫਿਰ ਮੈਂ ਘਰ ਜਦੋਂ ਆਫਿਸ ਤੋਂ ਛੁੱਟੀ ਹੋਈ, ਘਰ ਜਾਂਦਾ ਮੈਂ ਸੋਚਦਾ ਰਿਹਾ, ਮੈਂ ਕਿਹਾ ਕੱਲ੍ਹ ਨਿਊ ਈਅਰਸ ਹੈ, ਮੈਂ ਕੀ ਕਰਾਂਗਾ। ਇੱਕ ਮੇਰੇ ਫਰੈਂਡ ਨੇ ਕਿਹਾ, ਅਸੀਂ ਉਦੋਂ 25-26 ਸਾਲ ਦੇ ਸੀ, ਸਾਰੇ ਇੱਕੋ ਦਫ਼ਤਰ ਵਿੱਚ ਕੰਮ ਕਰਦੇ ਸੀ। ਮੈਂ ਕਿਹਾ ਕੱਲ੍ਹ ਫਿਰ ਨਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰ ਲੈਂਦਾ। ਮੈਂ ਆਪਣੇ ਮੰਮੀ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਦੇਖ ਬਣਾ ਦੇਣੀ ਅਤੇ ਮੈਂ ਪਾਠ ਕਰਨਾ, ਅਤੇ ਮੈਨੂੰ ਉਹ ਲਗਾ ਦੇਣਾ ਚਾਹਨੀ। ਉਹ ਕਹਿੰਦੇ ਠੀਕ ਹੈ। ਉਹ ਬਸ ਮੈਂ ਪਾਠ ਕੀ ਸ਼ੁਰੂ ਕੀਤਾ। ਹੁਣ ਕੀ ਹੈ ਕਿ ਹੁਣ ਇਹ ਮੈਨੂੰ ਕਿਸੇ ਨੇ ਨਹੀਂ ਆਖਿਆ। ਫਾਦਰ ਤਾਂ ਮੇਰੇ ਹੈ ਹੀ ਨਹੀਂ ਸੀ, ਮਦਰ ਜਿਹੜੇ ਆ ਉਹਨਾਂ ਨੇ ਮੈਨੂੰ ਆਖਿਆ ਨਹੀਂ ਸੀ। ਉਹ ਕਹਿੰਦੇ ਸੀ ਵੀ ਕਿਤੇ ਇੱਧਰ ਉੱਧਰ ਲੱਗ ਗਿਆ ਅਤੇ ਫਿਰ ਪੈਸੇ ਨਹੀਂ ਕਮਾਏਗਾ, ਵੀ ਇੱਧਰ ਕਰਕੇ ਮੈਂ ਆਪਣਾ ਕੰਮ ਕਰਦਾ ਸੀ ਅਤੇ ਘਰ ਦਾ ਖਰਚਾ ਚੱਲਦਾ ਸੀ। ਪੜ੍ਹਨਾ ਸ਼ੁਰੂ ਕੀਤਾ, ਸੁਖਮਨੀ ਸਾਹਿਬ ਆਇਆ ਅਤੇ ਸੁਖਮਨੀ ਸਾਹਿਬ ਦੇ ਆਉਂਦੇ ਸਾਰ ਹੀ ਜਿਹੜਾ ਨਾ ਮੇਰਾ ਸਾਰਾ ਚੀਜ਼ ਹੀ ਬਦਲ ਗਈ। ਮੈਂ ਕਿਹਾ ਉਹ ਮੈਂ ਜਾ ਕੇ ਮੰਮੀ ਦੇ ਨਾਲ ਝਗੜਾ ਕੀਤਾ। ਮੈਂ ਕਿਹਾ ਇਹ ਸੁਖਮਨੀ ਸਾਹਿਬ ਹੈ, ਤੁਸੀਂ ਮੈਂ ਕਿਹਾ ਮੈਨੂੰ ਕਿਉਂ ਨਹੀਂ ਕਦੀ ਆਖਿਆ ਕਿ ਵੀ ਤੁਸੀਂ ਪੜ੍ਹਿਆ ਕਰ? ਮੈਂ ਕਿਹਾ ਤੁਸੀਂ ਆਪ ਤਾਂ ਕਰਦੇ ਰਹਿੰਦੇ। ਉਹ ਸ਼ੀ ਹੈਡ ਨੋ ਆਨਸਰ। ਉਹ ਕੁਛ ਨਹੀਂ ਬੋਲੇ, ਉਹ ਚੁੱਪ ਰਹੇ। ਬਸ ਮੈਂ ਪੜ੍ਹਨਾ ਫਿਰ ਆਪਣੇ ਆਪ। ਇਸ ਤਰੀਕੇ ਨਾਲ ਇਹ ਹੈਗਾ ਜਿਹੜੇ ਇਹ ਤੁਹਾਡੇ ਜਿਹੜੇ ਸਵਾਲ ਉਹ ਪੁੱਛਦੇ ਹੈ ਨਾ, ਠੀਕ ਹੈ, ਇਹ ਚੰਗੀ ਗੱਲ ਹੈ ਕਿਉਂਕਿ ਇੱਕ ਅਪੋਰਚੁਨਿਟੀ ਮਿਲਦੀ ਹੈ ਕਿ ਤੁਹਾਨੂੰ ਹੋਰ ਗੁਰਸਿੱਖਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਤੁਸੀਂ ਸਵਾਲ ਪੁੱਛਦੇ ਹੋ। ਬਟ ਆਲ ਕੁਐਸਚਨਸ ਵਿਲ ਸੀਜ਼ ਦ ਮੂਮੈਂਟ ਯੂ ਗੈਟ ਕਨੈਕਟਿਡ ਵਿਦ ਗੁਰਬਾਣੀ ਐਂਡ ਨਾਮ। ਸਾਰੇ ਕੁਐਸਚਨ ਦੇ ਆਨਸਰ ਆਪਣੇ ਆਪ ਮਿਲਦੇ ਜਾਣਗੇ। ਇਹਨਾਂ ਨੇ ਜਿਸ ਤਰ੍ਹਾਂ ਹੁਣੇ ਦੱਸਿਆ ਨਾ ਆਪਣੀ ਮੈਰਿਜ ਸੀ, ਬਿਲਕੁਲ ਸਿਮਿਲਰ ਮੇਰੀ ਚੀਜ਼ ਹੈ। ਮੈਨੂੰ ਕਿਸੇ 'ਤੇ ਇਤਬਾਰ ਹੀ ਨਹੀਂ ਸੀ। ਮੈਂ ਤਾਂ ਮਹਾਰਾਜ ਨੇ ਬਸ ਇੰਨੀ ਕਿਹਾ 1 ਮਿੰਟ 'ਚ ਹੀ ਖ਼ਤਮ ਕਰ ਦਿਆਂਗਾ, ਜੇ ਮੈਂ 1 ਮਿੰਟ ਤੋਂ ਵੱਧ ਲਵਾਂ ਤਾਂ ਕੈਂਸਲ ਕਰ ਦੇਣਾ। ਪਰਸਨਲ ਗੱਲਾਂ ਇਹੋ ਜਿਹੀਆਂ ਸੁਣਾਉਣ ਦਾ ਕੋਈ ਇੰਨਾ ਨਹੀਂ ਹੈ। ਮੈਂ ਕਿਹਾ ਮੇਰੀ ਮਦਰ ਮੈਨੂੰ ਕਹਿੰਦੀ ਜੇ ਮੈਂ ਮੈਰਿਜ ਕਰਾਉਣੀ, ਮੈਂ ਕਿਹਾ ਹਾਲੇ ਅੱਛਾ। ਮੈਂ ਕਿਹਾ ਜੀ, ਕਹਿੰਦੇ ਮੈਂ ਇੱਕ ਕੁੜੀ ਦੇਖੀ ਹੈ ਤੇਰੇ ਲਈ। ਹੁਣ ਮੈਂ ਉਦੋਂ ਤੱਕ ਮੈਂ ਜਿਹੜਾ ਹੈ ਗੁਰਬਾਣੀ ਦੇ 3-4 ਸ਼ਾਇਦ ਪਾਠ ਮੈਂ ਕਰ ਚੁੱਕਿਆ ਸੀ, 3-4 ਸਹਿਜ ਪਾਠ ਮੈਂ ਕਰ ਚੁੱਕਿਆ ਸੀ ਉਦੋਂ ਜਦ ਦੀ ਇਹ ਗੱਲ ਹੈ। ਸਾਲ 'ਚ 1 ਤੋਂ ਵੱਧ ਹੀ ਮੇਰਾ ਪਾਠ ਹੋ ਜਾਂਦਾ। ਮੈਂ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਬਈ ਪਿਤਾ ਜੀ ਮੇਰੇ ਹੈ ਨਹੀਂ ਹੈ, ਮੈਨੂੰ ਪਤਾ ਹੈ, ਤੁਹਾਨੂੰ ਪਤਾ ਹੈ ਨਾ ਵੀ ਪਿਤਾ ਇੱਕ ਐਸੀ ਚੀਜ਼ ਹੈ ਜਿਹੜਾ ਕਿ
ਜੇ ਉਹਦਾ ਬੇਟਾ ਉਸ ਤੋਂ ਅਗਾਂਹ ਜਾਂ ਅੱਛਾ ਹੋ ਜਾਏ, ਕੋਈ ਵੀ ਚੰਗਾ ਕੰਮ ਉਹ ਤੋਂ ਵੱਧ ਕਰੇ, ਕਿਸੇ ਵੀ ਲਾਈਫ ਵਿੱਚ ਐਕਸੈਲ ਕਰੇ, ਕਿਸੇ ਵੀ ਫੀਲਡ ਵਿੱਚ, ਤੇ ਪਿਤਾ ਸਭ ਤੋਂ ਵੱਧ ਖੁਸ਼ ਹੁੰਦਾ। ਇਹ ਤਾਂ ਤੁਹਾਨੂੰ ਪਤਾ ਹੈ ਨਾ, ਕੋਈ ਡਾਊਟ ਤਾਂ ਨਹੀਂ ਕਿਸੇ ਦੇ ਬਾਰੇ। ਕਿਸੇ ਦਾ ਫਾਦਰ ਐਸਾ ਤਾਂ ਨਹੀਂ ਜਿਹੜਾ ਕਿ ਵੀ ਜੇ ਤੁਸੀਂ ਉਹਨਾਂ ਤੋਂ ਅੱਗੇ ਨਿਕਲ ਜਾਓ ਹੈਲਥ ਵਿੱਚ ਜਾਂ ਕਿਸੇ ਵਿੱਚ ਵੀ ਹੈ ਜੀ, ਪੜ੍ਹਾਈ ਦੇ ਵਿੱਚ ਜਾਂ ਰਿਚਨੈਸ ਵਿੱਚ ਜਾਂ ਗੁਰਸਿੱਖੀ ਦੇ ਵਿੱਚ, ਤਾਂ ਉਹ ਮਤਲਬ ਅਫਸੋਸ ਕਰਨਗੇ। ਕਦੀ ਵੀ ਇੰਝ ਨਹੀਂ ਹੋਏਗਾ। ਮੈਂ ਕਿਹਾ ਮੇਰੇ ਪਿਤਾ ਜੀ ਮੇਰੇ ਹੈ ਨਹੀਂ ਜੀ, ਅਤੇ ਮੈਂ ਕਿਹਾ ਮੰਮੀ ਤੇ ਮੈਨੂੰ ਇਤਬਾਰ ਨਹੀਂ ਹੈ, ਕਿਉਂਕਿ ਉਹਨੇ ਤਾਂ ਮੈਨੂੰ ਗੁਰਬਾਣੀ ਪੜ੍ਹਨ ਲਈ ਆਖਿਆ ਨਹੀਂ। ਤਾਂ ਮੈਂ ਕਿਹਾ ਜੀ ਅਤੇ ਹੋਰ ਵੀ ਮੈਨੂੰ ਕੋਈ ਦਿਸਦਾ ਨਹੀਂ ਦੁਨੀਆ ਵਿੱਚ, ਅਤੇ ਮੈਂ ਤਾਂ ਹੁਣ ਤੁਹਾਡੇ ਕੋਲੋਂ ਹੀ ਪੁੱਛਣਾ ਕਿ ਬਈ ਮੇਰਾ ਸੰਜੋਗ ਕਿੱਥੇ ਹੈ। ਅਤੇ ਮੈਂ ਕਿਹਾ ਇਸ ਪਾਠ ਦਾ ਭੋਗ ਪਏਗਾ ਨਾ ਜਿਹੜਾ ਮੇਰਾ ਕਰੰਟ ਚੱਲ ਰਿਹਾ, ਇਹਦੇ ਐਂਡ 'ਚ ਮੈਨੂੰ ਦੱਸ ਦੇਣਾ। ਉਹ ਹੁਣ ਮੈਂ ਉਹ ਗੱਲ ਤੁਹਾਨੂੰ ਉਹ ਪੂਰੀ ਅੱਗੋਂ ਉਹ ਨਹੀਂ ਦੱਸ ਸਕਦਾ। ਐਗਜ਼ੈਕਟ ਬਿਲਕੁਲ ਜਿਹਨੂੰ ਕਹਿੰਦੇ ਨੇ ਕਲੀਅਰ ਯੈਸ ਐਂਡ ਨੋ ਮਤਲਬ ਆਨਸਰ ਆ ਗਿਆ। ਕੋਈ ਐਸਾ ਕੁਐਸਚਨ ਨਹੀਂ ਹੈ ਤੁਸੀਂ ਮਤਲਬ ਠੀਕ ਹੈ ਅਸੀਂ ਉੱਥੇ ਹੁਣ ਸੇ ਬੰਦੇ ਬੈਠੇ ਹਾਂ, ਯੂ ਡੋਂਟ ਨੀਡ ਆਲ ਥੀਸ ਪੀਪਲ ਟੂ ਆਨਸਰ ਥੀਸ ਕੁਐਸਚਨਸ, ਜਸਟ ਗੈਟ ਕਨੈਕਟਡ ਵਿਦ ਗੁਰਬਾਣੀ। ਉਹ ਜਿਹੜਾ ਉਹ ਗੁਰਬਾਣੀ ਪੜ੍ਹਨ ਦੇ ਨਾਲ ਹੋਣਾ, ਉਹ ਟਾਈਮ ਲਗਾਉਣਾ। ਔਰ ਉਹਦੇ ਵਾਸਤੇ ਇਹ ਕਿਸੇ ਨੇ ਜਿਹਨੇ ਦੱਸਿਆ ਸੀ ਨਾ ਅਰਦਾਸ, ਤੁਸੀਂ ਕਿਹਾ ਸੀ ਅਰਦਾਸ ਹੈ। ਜੇ ਕਿਸੇ ਚੀਜ਼ ਨੂੰ ਤੁਸੀਂ ਬਹੁਤ ਜ਼ਿਆਦਾ ਚਾਹੁੰਦੇ ਹੋ, ਯੂ ਡੈਫੀਨੇਟਲੀ ਗੈਟ ਇਟ। ਔਰ ਜੇ ਤੁਸੀਂ ਤੁਹਾਡੇ ਕੋਲ ਉਹ ਸਟਰੈਂਥ ਨਹੀਂ ਹੈ ਤੁਹਾਡੇ ਕੋਲ ਆਪਣੀ ਬਾਹਾਂ ਦੇ ਵਿੱਚ ਜਾਂ ਹੋਰ ਸਰੀਰ ਦੇ ਵਿੱਚ, ਜਾਂ ਕੋਈ ਤੁਸੀਂ ਬਿਜ਼ਨਸ ਕਰਨਾ ਅਤੇ ਤੁਸੀਂ ਉਹਦੇ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈ ਜਿਹੜਾ ਤੁਸੀਂ ਕੰਮ ਕਰਨਾ, ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਲੋਨ ਲੈਂਦੇ ਹੋ, ਕਿਸੇ ਕੋਲੋਂ ਹੈਲਪ ਲੈ ਲੈਂਦੇ ਹੋ। ਇਸੇ ਤਰੀਕੇ ਦੇ ਨਾਲ ਉਹ ਹੈਲਪ ਚੱਲ ਰਹੀ ਹੈ, ਬਟ ਅਲਟੀਮੇਟਲੀ ਇਟ ਵਿਲ ਕਮ ਫਰਮ ਗੁਰਬਾਣੀ। ਵਾਹਿਗੁਰੂ ਖਾਲਸਾ ਵਾਹਿਗੁਰੂ। ਥੈਂਕ ਯੂ ਜੀ। ਗੁਰਬਾਣੀ 'ਚ ਇੱਕ ਤੁਕ ਆਉਂਦੀ ਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਸੰਤ ਹੈਗੇ ਜਿਨ੍ਹਾਂ ਨੂੰ ਇੱਕ ਪਲ ਵੀ ਵਾਹਿਗੁਰੂ ਜੀ ਦਾ ਨਾਮ ਨਹੀਂ ਵਿਸਰਦਾ। ਅਤੇ ਗੁਰਬਾਣੀ ਚਾਹੁੰਦਾ ਅਤੇ ਸੰਤ ਭਲੇ ਗੁਰਸਿੱਖ ਹੈ, ਨਾ ਹੀ ਚਿੰਤ ਪਰਾਈ ਚੁੱਕਾ। ਜਿਹੜੇ ਗੁਰਸਿੱਖ ਆ ਉਹ ਸੰਤ ਆ। ਜਿਹੜਾ ਸੰਤ ਸ਼ਬਦ ਲੱਗਿਆ ਗੁਰਸਿੱਖਾਂ ਦੇ ਨਾਂ ਦੇ ਨਾਲ, ਇਹ 1850 ਤੋਂ ਪਹਿਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਤੇ ਉਹ ਤੋਂ ਪਹਿਲਾਂ ਕਿਸੇ ਵੀ ਗੁਰਸਿੱਖ ਦੇ ਨਾਂ ਦੇ ਨਾਲ ਸੰਤ ਨਹੀਂ ਸੀ ਲੱਗਦਾ। ਪਰ ਸੰਤ ਤਾਂ ਸੀਗੇ ਗੁਰਸਿੱਖ, ਉਹ ਕਿਸੇ ਦੇ ਨਾਂ ਦੇ ਨਾਲ ਸੰਤ ਨਹੀਂ ਸੀ ਲੱਗਦਾ। ਇਹ ਜਿਹੜਾ ਸੰਤ ਸ਼ਬਦ ਆ, ਇਹ ਅੰਗਰੇਜ਼ਾਂ ਨੇ ਦਿੱਤਾ ਹੈ ਸਿੱਖਾਂ ਦੇ ਨਾਂ ਦੇ ਨਾਲ। ਪਰ ਕੁਰਬਾਨੀ ਵਾਲੇ ਸੰਤ ਹੋਏ ਆ, ਸੰਤ ਜਰਨੈਲ ਸਿੰਘ ਭਿੰਡਰਾਂ ਕੁਰਬਾਨੀ ਵਾਲੇ ਹੋਏ, ਕੁਰਬਾਨੀਆਂ ਕੀਤੀਆਂ ਉਹਨਾਂ ਨੇ, ਹੋਰ ਵੀ ਬਹੁਤ ਸਾਰੇ। ਪਰ ਜਦੋਂ ਇਹ ਗੁਰਮੁਖ ਪਿਆਰੇ ਸੀ, ਆਪਣੇ ਨਾਵਾਂ ਨਾਲ ਸੰਤ ਨਹੀਂ ਸੀ ਲਗਵਾਉਂਦੇ। ਬਾਬਾ ਆਨੰਦ ਸਿੰਘ ਜੀ ਉਹਨਾਂ ਨੇ ਆਪਣੇ ਨਾਂ ਦੇ ਨਾਲ ਸੰਤ ਨਹੀਂ ਸੀ ਲਗਵਾਇਆ। ਸੰਤ ਜਿਹੜਾ ਆ ਉਹ ਫਿਰ ਲੋਕਾਂ ਨੇ ਦਿੱਤਾ ਉਹਨਾਂ ਨੂੰ ਨਾ, ਕਿਉਂਕਿ ਇਹ ਮਿਸ਼ਨਰੀ ਸੀਗੇ, ਇਹਨਾਂ ਦੇ ਸੰਤ ਚੱਲਦਾ ਸੀਗਾ। ਜਿਹੜੇ ਆਪਣੇ ਈਸਾਈ ਕ੍ਰਿਸਚਨ ਜਿਹੜੇ ਸੀਗੇ, ਉਹਨਾਂ ਨੇ ਉਹ ਚੀਜ਼ ਆਪਣੇ ਵਿੱਚ ਲੈ ਆਉਂਦੀ। 1850 ਤੋਂ ਪਹਿਲਾਂ ਕੋਈ ਵੀ ਇੱਕ ਗੁਰਸਿੱਖ ਦਾ ਨਾਂ ਦੱਸ ਦਿਓ ਜਿਹਦੇ ਨਾਂ ਦੇ ਨਾਲ ਸੰਤ ਲੱਗਦਾ ਹੋਵੇ। ਪਰ ਜਿਹੜੇ ਗੁਰਸਿੱਖ ਆ ਉਹ ਸੰਤ ਰੂਪ ਆ, ਨਿਮਰਤਾ 'ਚ ਰਹਿੰਦੇ ਸੀਗੇ, ਉਹ ਨਿਮਰਤਾ 'ਚ ਰਹਿੰਦੇ ਸੀਗੇ। ਤੁਸੀਂ ਸਾਰੇ ਪਿਛਲੇ, ਮੈਂ ਕਹਿ ਰਿਹਾ ਫਿਰ ਦੁਬਾਰਾ ਮੈਂ ਦੁਹਰਾਉਣ ਲੱਗਿਆ, ਤੁਸੀਂ ਸਾਰੇ ਪਿਛਲੇ ਸੰਤ ਆ, ਤਾਂ ਹੀ ਭਗਤੀ ਕੀਤੀ, ਤਾਂ ਕਰਕੇ ਗੁਰੂ ਨਾਨਕ ਦੇ ਘਰ ਆਏ ਹੋ, ਤਾਂ ਹੀ ਇੱਥੇ ਬੈਠੇ ਆ। ਨੈਕਸਟ ਕੁਐਸਚਨ ਹੈਗਾ, ਵਾਟ ਇਜ਼ ਨਾਮ ਦ੍ਰਿੜ। ਆਪਾਂ ਥੋੜ੍ਹਾ ਸ਼ਾਰਟ ਰੱਖੀਏ, ਥੋੜ੍ਹੇ ਕੁਐਸਚਨ ਹੋ ਜਾਣ। ਵਾਟ ਇਜ਼ ਨਾਮ ਦ੍ਰਿੜ? ਜਦੋਂ ਪੰਚਾਂ ਕੋਲ ਅਸੀਂ ਪੇਸ਼ ਹੁੰਦੇ ਹਾਂ ਅਤੇ ਸਾਨੂੰ ਨਾਮ ਦੀ ਦਾਤ ਮਿਲਦੀ ਹੈ, ਉਹ ਜਿਸ ਰੂਪ ਵਿੱਚ ਵੀ ਮਿਲੇ ਉਹਨੂੰ ਨਾਮ ਦ੍ਰਿੜ ਕਹਿੰਦੇ ਹਾਂ। ਉਹਨੂੰ ਉਸ ਤੋਂ ਬਾਅਦ ਅਸੀਂ ਉਹਨੂੰ ਉਹਦੇ ਉੱਤੇ ਆਪਣੀ ਕਮਾਈ ਕਰਨੀ ਹੁੰਦੀ ਹੈ। ਜਿਸ ਰੂਪ ਵਿੱਚ ਵੀ ਜਿਹੜੇ ਪੰਚਾਂ ਕੋਲ ਅਸੀਂ ਪੇਸ਼ ਹੋਏ, ਸਾਨੂੰ ਨਾਮ ਦੀ ਦਾਤ ਉੱਥੋਂ ਮਿਲਣੀ ਹੈ। ਉਹਨਾਂ ਨੇ ਸਾਨੂੰ ਜੁਗਤ ਦੱਸਣੀ ਹੈ, ਉਸ ਜੁਗਤ ਦੇ ਅਨੁਸਾਰ, ਉਸ ਵਿਧੀ ਅਨੁਸਾਰ ਅਸੀਂ ਨਾਮ ਜਪਣਾ, ਉਹ ਨਾਮ ਦ੍ਰਿੜ ਹੈਗਾ। ਨਾਮ ਦ੍ਰਿੜ ਮਤਲਬ ਪੱਕਾ ਹੋ ਜਾਣਾ। ਨਾਮ ਅੰਦਰ ਘਰ ਸੁਖ ਬਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਅੰਦਰ ਪੱਕਾ ਹੋ ਜਾਣਾ, ਉੱਥੇ ਨਾਲ ਜੁੜ ਜਾਣਾ, ਜਿਹੜਾ ਉਹੀ ਜਿਹਨਾਂ ਸਾਸ ਕਰਾਸਨਾ ਬਿਸਰੇ ਵਾਲੀ ਜਿਹੜੀ ਅਵਸਥਾ ਬਣਨੀ। ਨੈਕਸਟ ਕੁਐਸਚਨ ਜੀ। So why are there jathebandis? So why do we have jathebandis? Because the Khalsa is one. ਜਥੇਬੰਦੀਆਂ ਕਿਉਂ ਬਣੀਆਂ? ਖਾਲਸਾ ਤਾਂ ਇੱਕੋ ਹੀ ਸੀਗਾ। ਹਾਂਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੋਈ ਕੰਟਰੀ ਹੁੰਦੀ ਹੈ ਨਾ, ਅਤੇ ਉਹਦੀ ਫੌਜ ਹੁੰਦੀ ਹੈ, ਅਤੇ ਫੌਜ ਦੇ ਆਮ ਤੌਰ 'ਤੇ 3 ਭਾਗਾਂ ਵਿੱਚ ਵੰਡੇ ਹੁੰਦੇ ਆ ਕਿ ਇੱਕ ਜਲ ਸੈਨਾ, ਇੱਕ ਥਲ ਸੈਨਾ, ਇੱਕ ਏਅਰ ਫੋਰਸ ਹੈ ਨਾ, ਹਵਾਈ ਸੈਨਾ। ਅਤੇ ਪਰ ਉਹ ਨਥਿੰਗ ਬੈਡ ਕਿ ਉਹਨਾਂ ਦੇ ਵੱਖਰੇ ਵੱਖਰੇ ਗਰੁੱਪ, ਵੱਖਰੀ ਵੱਖਰੀ ਟ੍ਰੇਨਿੰਗ, ਵੱਖਰੇ ਵੱਖਰੇ ਕੰਮ ਆ। ਪਰ ਜਦੋਂ ਉਹ ਦੇਸ਼ ਦੀ ਉੱਤੇ ਕੋਈ ਲੜਾਈ ਆਉਂਦੀ ਆ ਜਾਂ ਕੋਈ ਭੀੜ ਪੈਂਦੀ ਆ, ਅਤੇ ਉਹ ਸਾਰੀਆਂ ਤਿੰਨੇ ਹੀ ਚੀਜ਼ਾਂ ਰਲ ਮਿਲ ਕੇ ਇੱਕ ਦੂਜੇ ਨਾਲ ਤਾਲਮੇਲ ਕਰਕੇ ਅਤੇ ਉਹ ਲੜਦੇ ਆ। ਅਤੇ ਇੱਦਾਂ ਹੀ ਸਾਡੀਆਂ ਮਿਸਲਾਂ ਸੀਗੀਆਂ ਜਾਂ ਜਥੇਬੰਦੀਆਂ ਹੈਗੀਆਂ, ਅਤੇ ਜਿਹੜੀਆਂ ਮਿਸਲਾਂ ਸੀ ਉਹ ਆਪਸ ਵਿੱਚ ਵੀ ਲੜਨ ਲੱਗ ਪਈਆਂ ਸੀ ਕਿਸੇ ਸਮੇਂ ਵਿੱਚ। ਪਰ ਜਦੋਂ ਪੰਥ 'ਤੇ ਭੀੜ ਪੈਂਦੀ ਸੀਗੀ ਅਤੇ ਉਹ ਸਾਰੀ, ਉਦੋਂ ਜਿਹੜੇ ਚੰਗੇ ਜਥੇਦਾਰ ਹੁੰਦੇ ਸੀ ਉਹ ਕਹਿੰਦੇ ਸੀਗੇ ਕਿ ਮਿਸਲ ਵਖਰੇਵਾਂ ਅਬ ਨਾ ਪਾਓ, ਇਕੱਠੇ ਹੋ ਕੇ ਪੰਥ ਬਚਾਓ। ਉਸ ਵੇਲੇ ਇਕੱਠੇ ਹੋ ਜਾਂਦੇ ਸੀ। ਇਸੇ ਤਰ੍ਹਾਂ ਹੀ ਜੇ ਜਥੇਬੰਦੀਆਂ ਹੈਗੀਆਂ ਵੀ ਆ ਤਾਂ ਪਰ ਉਹ ਪੰਥ ਲਈ ਇਕੱਠੀਆਂ ਹੋ ਜਾਣ, ਦੈਟਸ ਗੁੱਡ। ਤੁਸੀਂ ਨਾਈਸਲੀ ਥੋੜ੍ਹਾ ਲੈ ਲਓ ਕਿਉਂਕਿ ਡਿਸਟਰੈਕਸ਼ਨ ਜੀ ਹੋ ਰਹੀ ਆ, ਜਲਦੀ ਦੇ ਦਿਓ। ਦੂਸਰਾ, ਜਥੇਬੰਦੀਆਂ ਹੀ ਪਰਿਵਾਰ ਹੁੰਦੇ, ਜਿੱਦਾਂ ਮੇਰਾ ਫੈਮਿਲੀ ਆ, ਭਾਈ ਸਾਹਿਬ ਉਹਨਾਂ ਦੀ ਫੈਮਿਲੀ, ਇਹਨਾਂ ਦੀ ਫੈਮਿਲੀ, ਇਹਨਾਂ ਦੀ ਫੈਮਿਲੀ ਹੈ। ਹਰ ਇੱਕ ਫੈਮਿਲੀ ਬਣ ਜਾਂਦੀ। ਜਿੱਥੇ ਅਸੀਂ ਸੰਗਤ ਕਰਦੇ ਹੋ ਜਥੇਬੰਦੀ ਬਣ ਗਈ। ਉਹਨਾਂ ਨੇ ਇਕੱਠੇ ਹੋ ਕੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਜਥੇਬੰਦੀ ਹੈਗੀ ਸਾਰੇ ਆਪਾਂ ਖਾਲਸਾ ਹੀ ਆ, ਤਾਂ ਆਪਾਂ ਖਾਲਸਾ ਹੀ ਰਹਿਣਾ। ਜਥੇਬੰਦੀ ਸਾਡੀ ਫੈਮਿਲੀ ਹੁੰਦੀ ਹੈ। ਫੈਮਿਲੀ ਦੇ ਵਿੱਚ ਤੁਸੀਂ ਵਿਚਰਦੇ ਆ, ਫੈਮਿਲੀ ਆ ਤੁਹਾਡੀ, ਫੈਮਿਲੀ ਦੇ ਵਿੱਚ ਰਹਿ ਕੇ ਤੁਸੀਂ ਉਹ ਚੀਜ਼ ਕਰ ਰਹੇ ਹੈਗੇ। ਨੈਕਸਟ ਕੁਐਸਚਨ ਹੈਗਾ ਆ, struggling to get detached attachment, my mind is not ready to leave more. Even I get hurt multiple times. Because of that, I have lost the rus of Naam. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sometimes our character, and depending on how we are, we can be more predisposed to more. ਹੈ ਨਾ, ਜਿੱਦਾਂ ਹੁਣ ਸਮਟਾਈਮਸ ਸਾਡਾ ਮੇਬੀ ਸਾਡੇ ਚਾਈਲਡਹੁੱਡ ਵਿੱਚ ਕੁਛ ਵਾਪਰਿਆ ਆ, and that's had an effect on how we are as people, that we yearn connections, ਹੈ ਨਾ, we yearn people, we want to be around people, we want to give love to people, we want to connect with them, ਹੈ ਨਾ। But you know, the sad thing is that ਦੁਨੀਆ ਐਸੀ ਹੈ ਜਿੱਦਾਂ you give people ਪਿਆਰ but they just maybe take advantage of those things, and then that can make you very disillusioned. And this is why we come here as well, that we get the true sangat, है ना, the true जिदा असली प्यार इत्थे है ना। जिदा हुण मेरा परिवार इंग्लैंड है ना, मेरा छोटा बच्चा वो बीमार है, and my wife, I was just speaking to them, मैं हुण वैसे मैं फोन ते नहीं कहता, मैं उन्होंने ज़्यादा मिस नहीं करता क्योंकि because I have you, है ना, because मेरे नाल तुहाडा मोह बनिया है ना, you know, because तुसी भी मेरा परिवार है। And what we want to try to do is we want to try to find that sangat, those people that join us with change gun wale hon, good people, not people that's going to take advantage of us, because the problem is we're going to find the wrong people and then they just take advantage of us। फिर से कहते हूँ जिदा हूँ सारी दुनिया भी इदा ही ठग गया सारी दुनिया। But the thing is, in this family, है ना, you're going to find the right people. So जिन्ना भी तुसी इदा इत्थे connections link बना सकते उन्ना वधिया, and इदा दे जिदा सच्चे वाले गुरसिख नाल। Yeah, so ਇੱਕ ਚੀਜ਼ ਇਹਦੇ ਵਿੱਚ ਸੀਗੀ ਕੁਐਸਚਨ ਦੇ ਵਿੱਚ ਕਿ ਮੇਰਾ ਨਾਮ ਰਸ ਗਵਾਚ ਗਿਆ। ਨਾਮ ਰਸ ਕਦੇ ਗਵਾਚਦਾ ਨਹੀਂ ਹੁੰਦਾ। ਜੇ ਰਸ ਆਇਆ ਉਹ ਗਵਾਚਣਾ ਨਹੀਂ ਹੈ, ਕਦੇ ਜਾਂਦਾ ਨਹੀਂ ਹੈ। ਨਾਮ ਰਸ ਨੇ ਤਾਂ ਵਧਣਾ ਹੀ ਆ। ਹੋਰ ਆਪਾਂ ਸੋਦਰ ਦੇ ਵਿੱਚ ਕਰਦੇ ਸੀਗੇ, ਜਿਨ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ। ਜਦੋਂ ਰਸ ਆਉਣ ਲੱਗ ਪਿਆ ਫਿਰ ਮੂੰਹ ਸਾਰੇ ਚੱਕੇ ਜਾਣੇ, ਇਹ ਚੀਜ਼ਾਂ ਸਾਰੀਆਂ ਖਤਮ ਹੋ ਜਾਂਦੀਆਂ। ਨੈਕਸਟ ਕੁਐਸਚਨ ਹੈਗਾ, ਕੀ ਗੁਰਸਿੱਖ ਦੀ ਅਰਦਾਸ ਜਲਦੀ ਸੁਣੀ ਜਾਂਦੀ ਹੈ ਜੇ ਅਸੀਂ ਵੀ ਸੇਮ ਅਰਦਾਸ ਕਰੀਏ? ਹਾਂਜੀ। ਅਰਦਾਸ ਜਿਹੜੀ ਨਾ, ਅਰਦਾਸ ਕਰਨ ਵਾਲੇ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਅਰਦਾਸ ਕਿਵੇਂ ਕਰ ਰਿਹਾ ਹੈ, ਮਨ ਕਰਕੇ, ਤਨ ਕਰਕੇ, ਸੁਰਤੀ ਕਰਕੇ ਜਾਂ ਨਿਮਾਣਾ ਨਿਤਾਣਾ ਹੋ ਕਰਕੇ। ਸੋ ਅਰਦਾਸ ਕਰਨ ਵਾਲੇ ਉੱਤੇ ਇਹ ਡਿਪੈਂਡ ਕਰਦਾ ਹੈ, ਜਿਸ ਭਾਵਨਾ ਨਾਲ ਉਹ ਅਰਦਾਸ ਕਰਦਾ ਹੈ
ਉਸੇ ਭਾਵਨਾ ਨੂੰ ਹੀ ਫਲ ਲੱਗਦਾ ਹੈ। ਕਿ ਗੁਰੂ ਦੇ ਵਿਧਾਨ ਅਨੁਸਾਰ ਹਰ ਗੁਰਸਿੱਖ ਦੀ ਭਾਵਨਾ ਜਿਹੜੀ ਹੈ ਸੱਚੇ ਪਾਤਸ਼ਾਹ ਉਸ ਭਾਵਨਾ ਨੂੰ ਫਲ ਲਾਉਂਦੇ ਹੈ। ਅਸੀਂ ਜੇ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਹੈ ਜਾਂ ਜੋੜਿਆਂ ਦੀ ਸੇਵਾ ਹੈ, ਕੋਈ ਵੀ ਸੇਵਾ ਹੈ, ਸਾਡੀ ਭਾਵਨਾ ਉਹਦੇ ਵਿੱਚ ਕੀ ਹੈ? ਭਾਵਨਾ ਕੀ ਕੰਮ ਕਰਦੀ? ਆਪਾਂ ਲੋਕਾਂ ਦੀ ਵਾਹਵਾ ਖੱਟਣ ਵਾਸਤੇ ਕਰਦੇ ਹਾਂ ਜਾਂ ਹਮੇ ਵਿੱਚ ਕਰਦੇ ਹਾਂ ਜਾਂ ਵਾਕਿਆ ਹੀ ਸੇਵਾਦਾਰ ਬਣ ਕੇ ਕਰਦੇ ਹਾਂ? ਉਸ ਭਾਵਨਾ ਨੂੰ ਫਲ ਲੱਗਦਾ ਹੈ। ਸੋ ਅਰਦਾਸ ਜਿਹੜੀ ਹੈ ਕੋਈ ਵੀ ਕਰੇ, ਇਹ ਜ਼ਰੂਰੀ ਨਹੀਂ ਗੁਰਸਿੱਖ ਦੀ ਅਰਦਾਸ ਸੁਣੀ ਜਾਂਦੀ ਹੈ। ਕੋਈ ਵੀ ਢਹਿ ਕੇ ਸੱਚੇ ਪਾਤਸ਼ਾਹ ਦੇ ਦੁਆਰੇ 'ਤੇ, ਹੁਣ ਹਰਿਮੰਦਰ ਸਾਹਿਬ 4 ਦਰਵਾਜ਼ੇ ਰੱਖੇ ਗਏ ਆ, ਹਰ ਪ੍ਰਾਣੀ ਹਰ ਧਰਮ ਦਾ ਬੰਦਾ ਉੱਥੇ ਜਾ ਸਕਦਾ ਹੈ। ਸਾਰੇ ਪ੍ਰਾਣੀ ਅਰਦਾਸਾਂ ਕਰਦੇ ਆ, ਉੱਥੇ ਹਰ ਕਿਸਮ ਦਾ ਬੰਦਾ ਜਾਂਦਾ ਹੈ। ਔਰ ਇੱਥੋਂ ਤੁਸੀਂ ਹੈਰਾਨ ਹੋਵੋਗੇ, ਦਰਬਾਰ ਸਾਹਿਬ ਦੇ ਅੰਦਰਲੀ ਪ੍ਰਕਾਰਾਂ ਵਿੱਚ ਉੱਥੇ ਬੈਠਿਆਂ ਵੀ ਚੋਰੀਆਂ ਹੁੰਦੀਆਂ ਨੇ, ਚੋਰ ਵੀ ਵਿੱਚੇ ਹੁੰਦੇ ਆ, ਸਾਧ ਵੀ ਵਿੱਚੇ ਹੁੰਦੇ ਆ। ਸੋ ਜਿਸ ਭਾਵਨਾ ਨੂੰ ਲੈ ਕੇ ਤੁਸੀਂ ਗੁਰੂ ਘਰ ਵਿੱਚ ਜਾਂਦੇ ਹੋ, ਗੁਰੂ ਸਨਮੁਖ ਜਾਂਦੇ ਹੋ, ਉਸ ਭਾਵਨਾ ਨੂੰ ਫਲ ਲੱਗਣਾ ਹੈ। ਅਰਦਾਸ ਕਰਨ ਤੋਂ ਪਹਿਲੇ ਇਹ ਦੇਖੋ ਵੀ ਸਾਡੀ ਭਾਵਨਾ ਸ਼ੁੱਧ ਹੈ। ਅਸੀਂ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਹਰ ਇੱਕ ਦੀਆਂ ਮਨੋਕਾਮਨਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਸੋ ਭਾਵਨਾ ਵੀ ਗੁਰਮਤਿ ਅਨੁਸਾਰ ਹੀ ਹੋਣੀ ਚਾਹੀਦੀ ਹੈ। ਜਿਹਦੇ ਵਿੱਚ ਬਹੁਤਾ ਲਾਲਚ, ਸਵਾਰਥ ਜਾਂ ਹਉਮੈ ਦੀ ਇੱਦਾਂ ਦੀ ਗੱਲ ਨਾ ਹੋਵੇ। ਢਹਿ ਕੇ ਅਰਦਾਸ ਕਰਨੀ ਸੱਚੇ ਪਾਤਸ਼ਾਹ। ਮੈਂ 1 ਮਿੰਟ 'ਚ ਆਪਣੀ 1-2 ਘਟਨਾਵਾਂ ਮੇਰੇ ਨਾਲ ਜ਼ਿੰਦਗੀ 'ਚ ਵਾਪਰੀਆਂ ਨੇ ਜਿਹੜੀਆਂ ਅਰਦਾਸ ਨਾਲ ਸੰਬੰਧਿਤ ਹੈਗੀਆਂ। ਆਮ ਤੌਰ 'ਤੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਠੇਰਿਆਂ ਦੀ ਬੜੀ ਪੂਜਾ ਹੁੰਦੀ ਹੈ। ਕਈ ਇੱਕ ਗੋਤ ਦੇ ਬੰਦੇ ਜਿਹੜੇ ਆ ਉਹਨਾਂ ਨੇ ਆਪਣੇ ਪਿੰਡਾਂ ਵਿੱਚ ਮੜੀਆਂ ਬਣਾਈਆਂ ਹੋਈਆਂ, ਉਹ ਜਠੇਰਿਆਂ ਦੀ ਜਗ੍ਹਾ, ਉੱਥੇ ਜਾ ਕੇ ਉਹ ਸਮਾਗਮ ਵੀ ਕਰਦੇ ਆ, ਬੜਾ ਕੁਛ ਲੰਗਰ ਲਾਉਂਦੇ ਆ। ਸਾਡੇ ਨਗਰ ਵਿੱਚ ਵੀ ਇੱਦਾਂ ਇੱਕ ਪਿੰਡ ਵਾਲਿਆਂ ਨੇ, ਇੱਕ ਗੋਤ ਵਾਲਿਆਂ ਨੇ, ਇੱਕ ਜਾਤ ਵਾਲਿਆਂ ਨੇ ਇਕੱਠੇ ਹੋ ਕੇ ਆਪਣੇ ਪਿੰਡ 'ਚ ਮੜੀ ਬਣਾਈ ਹੋਈ ਹੈ, ਦੂਰ ਪਿੰਡ ਤੋਂ ਥੋੜ੍ਹਾ ਜਿਹਾ ਦੂਰ। ਉੱਥੇ ਹਰ ਸਾਲ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਆ, ਉੱਥੇ ਅਖੰਡ ਪਾਠ ਸਾਹਿਬ ਕਰਾਉਂਦੇ ਆ, ਉੱਥੇ ਲੰਗਰ ਲਾਉਂਦੇ ਆ। ਅਤੇ ਉਹਨਾਂ ਨੂੰ ਪਤਾ ਸੀਗਾ ਵੀ ਗੁਰਦਿਆਲ ਸਿੰਘ ਹੋਣੀ ਕੀਰਤਨ ਦੀ ਸੇਵਾ ਕਰਦੇ ਹੈ। ਫਿਰ ਸਾਰਿਆਂ ਨੇ ਸਲਾਹ ਕੀਤੀ ਵੀ ਕਈ ਸਾਲਾਂ ਤੋਂ ਅਸੀਂ ਦੇਖਦੇ ਹਾਂ ਵੀ ਇਹ ਸਾਰੇ ਪਾਸੇ ਕੀਰਤਨ ਦੀ ਸੇਵਾ ਕਰਨ ਜਾਂਦੇ ਆ, ਵੀ ਉੱਥੇ ਕਿਉਂ ਨਹੀਂ ਜਾਂਦੇ? ਇਹ ਇਕੱਠੇ ਹੋ ਕੇ ਸਾਰੇ ਘਰ ਆ ਗਏ ਸ਼ਾਮ ਨੂੰ, 10-15 ਬੰਦੇ। ਕਹਿੰਦੇ ਵੀ ਮਾਸਟਰ ਜੀ ਤੁਹਾਨੂੰ ਇੱਕ ਅਸੀਂ ਬੇਨਤੀ ਕਰਨ ਆਏ ਹਾਂ, ਅਤੇ ਕੱਲ੍ਹ ਨੂੰ ਉੱਥੇ ਸਮਾਗਮ ਹੈ, ਕੀਰਤਨ ਦਾ ਭੋਗ ਪੈਣਾ, ਅਖੰਡ ਪਾਠ ਸਾਹਿਬ ਦਾ ਭੋਗ ਪੈਣਾ, ਤੁਸੀਂ ਕੀਰਤਨ ਦੀ ਸੇਵਾ ਕਰਨੀ ਹੈ। ਤੁਹਾਨੂੰ ਇਹ ਪਿੰਡ ਦੀ ਬਰਾਦਰੀ ਵੱਲੋਂ ਇਹ ਹੁਕਮ ਹੈ ਜਾਂ ਬੇਨਤੀ ਹੈ, ਤੁਸੀਂ ਸਮਝੋ। ਅਤੇ ਮੈਂ ਸਿੰਘਣੀ ਨੂੰ ਕੋਲ ਬਿਠਾਇਆ, ਮੈਂ ਕਿਹਾ ਦੇਖੋ ਫਿਰ ਚੱਲ ਕੇ ਆਏ ਆ, ਜੀ ਆਇਆਂ ਨੂੰ, ਬੈਠੋ, ਜਲ ਪਾਣੀ ਛਕੋ, ਤੁਹਾਡੀ ਬੇਨਤੀ ਸਿਰ ਮੱਥੇ। ਪਰ ਇੱਕੋ ਇੱਕ ਸਾਡੀ ਬੇਨਤੀ ਹੈ ਕਿ ਅਸੀਂ ਕੱਲ੍ਹ ਨੂੰ ਇਹਦਾ ਜਵਾਬ ਦੇਵਾਂਗੇ। ਕਹਿੰਦੇ ਠੀਕ ਹੈ ਜੀ। ਮੈਂ ਕਿਹਾ ਇੰਨੇ ਵਜੇ ਕੱਲ੍ਹ ਨੂੰ ਤੁਸੀਂ ਆ ਜਾਇਓ। ਅਸੀਂ ਸਵੇਰੇ ਅੰਮ੍ਰਿਤ ਵੇਲਾ ਕੀਤਾ, ਸੱਚੇ ਪਾਤਸ਼ਾਹ ਦੇ ਅੱਗੇ ਰੋਜ਼ ਦਰਸ਼ਨ ਕਰਨ ਜਾਂਦੀ, ਗੁਰੂ ਘਰ ਜਾਈਦਾ ਸੀ। ਉੱਥੇ ਜਾ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੇਰੇ ਗੁਰਸਿੱਖ ਨੂੰ ਪਰਚਾ ਪੈ ਗਿਆ ਹੈ ਕਿ ਗੁਰਮਤਿ ਅਨੁਸਾਰ ਮੜੀਆਂ ਮਸਾਣਾ ਉੱਤੇ ਜਾ ਕੇ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਅਤੇ ਸਾਨੂੰ ਇਹ ਪਰਚਾ ਪਿਆ ਪੂਰੀ ਬਰਾਦਰੀ ਵੱਲੋਂ ਕਿ ਤੇਰੇ ਗੁਰਸਿੱਖ ਨੂੰ ਕੀ ਕਰਨਾ ਚਾਹੀਦਾ, ਤੁਸੀਂ ਸਾਨੂੰ ਰਸਤਾ ਦਿਖਾਓ। ਅਸੀਂ ਅਰਦਾਸ ਕੀਤੀ, ਸਾਨੂੰ ਸੀ ਵੀ ਜਿਹੜਾ ਹੁਕਮਨਾਮਾ ਆਏਗਾ ਉਹਦੇ 'ਤੇ ਸਾਨੂੰ ਜ਼ਰੂਰ ਸੱਚੇ ਪਾਤਸ਼ਾਹ ਇਹ ਫੈਸਲਾ ਦੇਣਗੇ। ਤੋ ਉਹ ਹੁਣ ਸ਼ਬਦ ਮੈਨੂੰ ਪੂਰਾ ਯਾਦ ਨਹੀਂ, ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਹੈ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਬੜੇ ਮਸਾਨ ਨਾ ਜਾਈ। ਹੁਣ ਤੁਸੀਂ ਦੇਖੋ ਵੀ ਇੱਕ ਸਿੱਖ ਗੁਰਸਿੱਖ ਢਹਿ ਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ, ਇੱਕ ਪਾਸੇ ਸਾਰੀ ਬਰਾਦਰੀ ਹੈ, ਇੱਕ ਪਾਸੇ ਤੇਰਾ ਗੁਰਸਿੱਖ ਕੱਲਾ ਹੈ, ਅਤੇ ਪਰਚਾ ਪਿਆ, ਤੂੰ ਸਾਨੂੰ ਰਸਤਾ ਦਿਖਾ। ਅਤੇ ਅਸੀਂ ਵਾਅਦਾ ਕੀਤਾ ਵੀ ਕੱਲ੍ਹ ਨੂੰ ਜਵਾਬ ਦੇਵਾਂਗੇ। ਉਹ ਦੂਜੇ ਦਿਨ ਫੇਰ ਆ ਗਏ। ਅਸੀਂ ਉਹਨਾਂ ਕਿਹਾ ਵੀ ਅਸੀਂ ਆਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ ਦਾ ਆਹ ਹੁਕਮ ਹੈ, ਅਤੇ ਸਾਨੂੰ ਇਹ ਲੱਗਦਾ ਵੀ ਸਾਨੂੰ ਉੱਥੇ ਜਾਣ ਦਾ ਹੁਕਮ ਨਹੀਂ, ਇਜਾਜ਼ਤ ਨਹੀਂ ਮਿਲੀ। ਵੀ ਤੁਸੀਂ ਜਿਸ ਵੀ ਵਿਦਵਾਨ ਕੋਲੋਂ ਇਹਦੀ ਵਿਆਖਿਆ ਕਰਾਉਣੀ ਕਰਾ ਕੇ ਦੇ ਸਕਦੇ ਹਾਂ, ਪਰ ਸਾਨੂੰ ਆਗਿਆ ਨਹੀਂ ਮਿਲੀ, ਇਸ ਕਰਕੇ ਤੁਸੀਂ, ਉਹ ਕਹਿੰਦੇ ਅਸੀਂ ਤੁਹਾਡਾ 22 ਕਾਟ ਕਰ ਦਾਂਗੇ। ਮੈਂ ਕਿਹਾ ਭਾਵੇਂ 23 ਕਾਟ ਕਰ ਦਿਓ, ਤੁਹਾਡੀ ਹੁਣ ਮਰਜ਼ੀ ਦੀ ਗੱਲ ਹੈ। ਵੀ ਅਸੀਂ ਤਾਂ, ਸਾਨੂੰ ਤਾਂ ਹੁਕਮ ਨਹੀਂ ਹੋਇਆ, ਅਸੀਂ ਨਹੀਂ ਜਾ ਸਕਦੇ, ਅਸੀਂ ਨਹੀਂ ਗਏ ਉੱਥੇ। ਸੋ ਇਸ ਤਰ੍ਹਾਂ ਕਿ ਸੱਚੇ ਪਾਤਸ਼ਾਹ ਜਦੋਂ ਮਨ 'ਚ ਦੁਬਿਧਾ ਬਣਦੀ ਹੈ, ਅਤੇ ਢਹਿ ਕੇ, ਮੈਂ ਅਰਦਾਸ ਬਾਰ-ਬਾਰ ਕਹਿ ਰਿਹਾ, ਢਹਿ ਕੇ ਅਰਦਾਸ ਕਰੋ। ਇਹ ਤਾਂ ਕੁਛ ਵੀ ਗੱਲ ਨਹੀਂ, ਤੁਸੀਂ ਦੁਨੀਆ ਦਾ ਜੋ ਤਾਜੋ ਤਖਤ ਪ੍ਰਾਪਤ ਕਰਨਾ ਚਾਹੁੰਦੇ ਹੋ, ਸੱਚੇ ਪਾਤਸ਼ਾਹ ਨੂੰ ਤਲੀ 'ਤੇ ਸਰੋਂ ਜਮਾ ਕੇ ਦਿਖਾ ਦਿੰਦੇ ਆ। ਵਿਸ਼ਵਾਸ ਦੀ ਗੱਲ ਹੈ। ਧੰਨੇ ਭਗਤ ਵਾਲੀ ਸਾਖੀ ਦੇਖ ਲਓ, ਪੰਡਤ ਨੇ ਉਹਦੇ ਨਾਲ ਧੋਖਾ ਕੀਤਾ ਸੀ, ਨਕਲੀ ਠਾਕਰ ਦੇ ਦਿੱਤਾ ਸੀ, ਲੈ ਗਿਆ ਘਰ, ਉਹ ਇਸ਼ਨਾਨ ਕਰਾ ਕੇ ਬਹਿ ਗਿਆ, ਅੱਗੇ ਥਾਲੀ ਰੱਖ ਦਿੱਤੀ, ਭੋਗ ਲਾਏਗਾ ਤਾਂ ਮੈਂ ਖਾਊਂਗਾ, ਤਾਂ ਮੈਂ ਨਹੀਂ ਖਾਂਦਾ, ਤੂੰ ਤਾਂ ਮੇਰਾ ਭਗਵਾਨ ਹੈ। ਕੀ ਹੋਇਆ ਅੰਤ ਵਿੱਚ? ਕੀ ਹੋਇਆ?
ਉਹਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਹੋਣਾ ਪਿਆ ਔਰ ਭੋਗ ਲਾਉਣਾ ਪਿਆ। ਇਹਨੂੰ ਇਹ ਵਿਸ਼ਵਾਸ, ਇਹ ਅਰਦਾਸ ਹੈ। ਐਡੀ ਸਾਡੀ ਜ਼ਬਰਦਸਤ ਅਰਦਾਸ ਹੋਣੀ ਚਾਹੀਦੀ ਹੈ, ਤਾਂ ਸੱਚੇ ਪਾਤਸ਼ਾਹ ਨੂੰ ਜ਼ਰੂਰ ਫਲ ਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸਟ ਕੁਐਸਚਨ ਹੈ ਅਰਦਾਸ ਨੂੰ ਮੈਂ ਥੋੜ੍ਹਾ ਜਿਹਾ ਹੋਰ ਕੰਕਲੂਡ, ਬਹੁਤ ਇੰਪੋਰਟੈਂਟ ਕੁਐਸਚਨ ਸੀਗਾ ਅਰਦਾਸ ਵਾਲਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਆਪਣੀ ਸਿਆਣਪ ਛੱਡ ਕੇ ਅਰਦਾਸ ਕਰਨੀ ਹੈ। ਨਾਲੇ ਇੱਦਾਂ ਦੀ ਭਾਵਨਾ ਜਿੱਦਾਂ ਕਿ ਭਾਵਨਾ ਹੋਣੀ ਚਾਹੀਦੀ ਆ ਕਿ ਮੈਂ ਹੋਰ ਥਾਂ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਹੈ ਹੀ ਨਹੀਂ ਕੋਈ ਹੋਰ ਮੇਰੇ ਕੋਲ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਏ। ਅਤੇ ਅਰਦਾਸ ਅਸੀਂ ਸਿਰਫ ਵਾਹਿਗੁਰੂ ਜੀ ਅੱਗੇ ਕਰਦੇ ਹਾਂ। ਅਤੇ ਇੱਕ ਅਕਾਲ ਤਖਤ ਸਾਹਿਬ 'ਤੇ ਲਾਈਨ ਲਿਖੀ ਹੁੰਦੀ ਸੀਗੀ, ਹੁਣ ਮੈਨੂੰ ਪਤਾ ਨਹੀਂ ਸ਼ਾਇਦ ਹੋਵੇ ਜਾਂ ਨਾ ਹੋਵੇ। ਉੱਥੇ ਹੁੰਦਾ ਸੀ, ਇੱਥੇ ਹਰ ਇੱਕ ਦੀ ਅਰਦਾਸ ਮਨਜ਼ੂਰ ਹੁੰਦੀ ਹੈ, ਪਰ ਪਤਤ ਅਤੇ ਤਨਖਾਹੀਏ ਦੀ ਅਰਦਾਸ ਨਹੀਂ ਮਨਜ਼ੂਰ। ਗੁਰੂ ਸਾਹਿਬ ਜੀ ਨੂੰ ਪਤਤ ਅਤੇ ਤਨਖਾਹੀਏ ਦੀ ਅਰਦਾਸ ਨਹੀਂ ਸੁਣਨੀ ਗੁਰੂ ਸਾਹਿਬ ਜੀ ਨੇ, ਉਹ ਮਨਜ਼ੂਰ ਨਹੀਂ ਕਰਨੀ। ਮਤਲਬ ਇਹ ਆਪਾਂ ਨੂੰ ਹੁਕਮ ਆ। ਜੇ ਸਾਡੇ ਕੋਲੋਂ ਕੋਈ ਗੁਨਾਹ ਹੋਇਆ ਜਾਂ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਕੋਈ ਭੁੱਲ ਹੋਈ ਆ, ਸਾਨੂੰ ਬਖਸ਼ਾਉਣੀ ਪੈਣੀ ਹੈ, ਬਖਸ਼ਾਉਣੀ ਪੈਂਦੀ ਆ। ਉਹਨਾਂ ਚਿਰ ਗੁਰੂ ਸਾਹਿਬ ਜੀ ਅਰਦਾਸ ਨਹੀਂ ਸੁਣਦੇ। ਇੱਕ ਨਾਲ ਅਰਦਾਸ ਨੇ ਮੈਨੂੰ ਹੈਗਾ ਆ ਗਿਆ, ਅਰਦਾਸ ਸ਼ਕਤੀ ਆ, ਰਘੁਵੀਰ ਸਿੰਘ ਵੀਰ ਦੀ ਛੋਟੀ ਜਿਹੀ ਬੁੱਕ ਹੈਗੀ, ਬੜੀ ਪਿਆਰੀ ਬੁੱਕ ਆ, ਪੜ੍ਹਿਓ, ਪੜ੍ਹਨ ਵਾਲੀ ਹੈ। ਉਹ ਕਹਿੰਦੇ ਆ ਕਿ ਇੱਕ ਵਾਰੀ ਕਾਲ ਪੈ ਗਿਆ ਅਤੇ ਉੱਥੇ ਸਾਰੇ ਉਹ ਮੀਂਹ ਨਹੀਂ ਸੀ ਪੈ ਰਿਹਾ, ਮੀਂਹ ਨਹੀਂ ਪੈ ਰਿਹਾ ਸੀ। ਰਾਜੇ ਨੇ ਕਿਹਾ ਵੀ ਚਲੋ ਆਪਾਂ ਸਾਰੇ ਅਰਦਾਸ ਕਰੀਏ। ਇੱਕ ਥਾਂ 'ਤੇ ਇਕੱਠੇ ਹੋ ਕੇ ਅਰਦਾਸ ਕਰਨ ਲੱਗੇ, ਸਾਰਿਆਂ ਨੂੰ ਅਨਾਊਂਸਮੈਂਟ ਕਰਤੀ, ਬਹੁਤ ਸਾਰੇ ਲੋਕ ਇਕੱਠੇ ਹੋ ਗਏ ਗਰਾਊਂਡ ਦੇ ਵਿੱਚ। ਤਾਂ ਉੱਥੇ ਇੱਕ ਫਕੀਰ ਬੈਠਾ, ਉਹ ਪੁੱਛਦਾ ਕਿੱਥੇ ਚੱਲੇ ਹੋ? ਕਹਿੰਦੇ ਅਰਦਾਸ ਕਰਨ ਚੱਲੇ। ਤਾਂ ਉਹ ਹੱਸਣ ਲੱਗ ਪੈਂਦਾ, ਮਜ਼ਾਕ ਕਰੀ ਜਾਂਦਾ। ਉਹ ਫਿਰ ਪੁੱਛਦੇ, ਉਹ ਕਹਿੰਦੇ, ਉਹ ਰਾਜਾ ਕਹਿੰਦਾ ਆ ਗਏ ਸਾਰੇ? ਕਹਿੰਦੇ ਸਾਰੇ ਆ ਗਏ, ਪਰ ਉਹ ਫਕੀਰ ਨਹੀਂ, ਉਹ ਸਾਧੂ ਨਹੀਂ ਆ ਰਿਹਾ। ਰਾਜਾ ਕਹਿੰਦੇ ਉਹ ਕਿਉਂ ਨਹੀਂ ਆ ਰਿਹਾ? ਕਹਿੰਦੇ ਆਪਾਂ ਪੁੱਛਦੇ ਉਹਨੂੰ ਜਾ ਕੇ। ਰਾਜਾ ਕਹਿੰਦਾ ਮਹਾਰਾਜ ਤੁਸੀਂ ਸਾਡੇ ਨਾਲ ਚੱਲੋ, ਅਸੀਂ ਅਰਦਾਸ ਕਰਨ ਲੱਗੇ ਹਾਂ। ਕਹਿੰਦੇ ਕਿਉਂ ਐਵੇਂ ਕਰੀ ਜਾਂਦੇ, ਤੁਸੀਂ ਕਿੱਥੇ ਅਰਦਾਸ ਕਰਨਾ ਹੈ? ਕਹਿੰਦੇ ਨਹੀਂ ਅਸੀਂ, ਕਹਿੰਦੇ ਕਾਹਦੇ ਲਈ ਅਰਦਾਸ ਕਰਨੀ? ਕਹਿੰਦੇ ਮੀਂਹ ਪੈ ਜਾਵੇ ਅਰਦਾਸ ਕਰਨੀ। ਕਹਿੰਦੇ ਤੁਹਾਡੀਆਂ ਛਤਰੀਆਂ ਕਿੱਥੇ ਆ? ਹੈ ਨਾ, ਵੀ ਅਰਦਾਸ ਕਰਨ ਆਏ ਆ, ਤੁਹਾਨੂੰ ਭਰੋਸਾ ਹੀ ਨਹੀਂ ਹੈ, ਸਿਰਫ ਵਿਸ਼ਵਾਸ ਆ। ਆਪਾਂ ਕਹਿੰਦੇ ਨੇ ਵਿਸ਼ਵਾਸ ਦਾਨ ਭਰੋਸਾ ਦਾਨ, ਕਹਿੰਦੇ ਵਿਸ਼ਵਾਸ ਹੈਗਾ ਤੁਹਾਡਾ, ਤੁਸੀਂ ਅਰਦਾਸ ਕਰਨ ਆਏ ਆ, ਪਰ ਤੁਹਾਡਾ ਭਰੋਸਾ ਹੀ ਨਹੀਂ ਹੈ। ਜੇ ਭਰੋਸਾ ਹੁੰਦਾ ਤਾਂ ਛਤਰੀਆਂ ਲੈ ਕੇ, ਤਾਂ ਮੀਂਹ ਉਹ ਦੇਖਣ ਡਿਆ ਤਾਂ ਵੀ ਬੱਦਲ ਬੁੱਦਲ ਤਾਂ ਕਿਤੇ ਹੈ ਨਹੀਂ ਕੋਈ ਵੀ, ਮੀਂਹ ਕਿੱਥੋਂ ਆ ਜਾਣਾ? ਸੋ ਇਹ ਅਰਦਾਸ ਹੈਗੀ ਆ ਕਿ ਸਾਡਾ ਭਰੋਸਾ ਵੇ ਮੇਰੇ ਗੁਰੂ ਨੇ ਮੇਰੀ ਅਰਦਾਸ ਸੁਣਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸੁਣਦੇ ਆ ਅਰਦਾਸ, ਮੇਰੇ ਪਾਤਸ਼ਾਹ ਸੁਣਦੇ ਆ। ਤੁਸੀਂ ਗਏ ਉਹਦੇ ਰੋਪੜ ਵੱਲ ਕਿਤੇ ਭੱਠਾ ਸਾਹਿਬ ਗੁਰਦੁਆਰਾ ਦੇਖਿਆ? ਹੋਰ ਬਹੁਤ ਸਾਰੇ ਗੁਰਦੁਆਰੇ ਇਸ ਤਰ੍ਹਾਂ ਦੇ ਤੁਹਾਨੂੰ ਮਿਲਣਗੇ ਜਿੱਥੇ ਅਰਦਾਸ ਦੀ ਸ਼ਕਤੀ ਹੈ, ਜਿੱਥੇ ਅਰਦਾਸ ਨੇ ਕਰਾਮਾਤ ਕੀਤੀ ਹੋਈ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਹਾਂ, ਇੱਕ ਹੋਰ ਮੇਰੀ ਉਹਦੀ ਉਹਨਾਂ ਨੇ ਰਘੁਵੀਰ ਸਿੰਘ ਵੀਰ ਉਹਨਾਂ ਨੇ ਲਿਖੀ ਆ, ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਹ ਕਹਿੰਦੇ ਜਿਹੜੀ ਦ੍ਰੋਪਦੀ ਸੀਗੀ ਉਹਦਾ ਚੀਰਹਰਨ ਹੋਇਆ, ਤਾਂ ਕੱਪੜੇ ਜਿਹੜੇ ਉਤਾਰਨੇ ਸੀਗੇ, ਉਹ ਸਾਰੀ ਭਰੀ ਸਭਾ ਦੇ ਵਿੱਚ ਉਹਨੂੰ ਨਿਰਵਸਤਰ ਕਰਨਾ ਸੀ। ਅਤੇ ਉਹ ਦ੍ਰੋਪਦੀ ਕ੍ਰਿਸ਼ਨ ਨੂੰ ਕਹਿੰਦੀ ਆ ਕਿ ਤੂੰ ਤਾਂ ਮੇਰਾ ਸਾਰਾ ਕੁਝ ਸੀਗਾ, ਅਤੇ ਤੂੰ ਮੈਂ ਇੰਨੀਆਂ ਮੇਰੇ ਨਾਲ ਇਹਨਾਂ ਨੇ ਕੀਤੀਆਂ, ਮੇਰੀ ਉਹ ਇੰਨੀ ਬੁਰਾ ਹਾਲਤ ਮੇਰੀ ਕੀਤੀ ਆ, ਉੱਥੋਂ ਮੈਨੂੰ ਧੂ ਕੇ ਲਿਆਏ, ਘੜੀਸ ਕੇ ਬਾਣਾ ਤੋਂ ਫੜ ਕੇ ਲੈ ਕੇ ਆਇਆ ਦੁਸ਼ਾਸਨ, ਅਤੇ ਤੂੰ ਉਦੋਂ ਨਹੀਂ ਬੋੜਿਆ? ਕਹਿੰਦੇ ਦ੍ਰੋਪਦੀ ਤੂੰ ਮੈਨੂੰ ਯਾਦ ਹੀ ਨਹੀਂ ਕੀਤਾ। ਕ੍ਰਿਸ਼ਨ ਕਹਿੰਦੇ ਉਹਨੂੰ, ਕਹਿੰਦੇ ਨਹੀਂ, ਕਹਿੰਦੇ ਜਦੋਂ ਤੈਨੂੰ ਦੁਸ਼ਾਸਨ ਖਿੱਚ ਕੇ ਲਿਆਇਆ ਨਾ ਬਾਲਾਂ ਤੋਂ, ਤੈਨੂੰ ਇਹ ਹੋਪ ਸੀਗੀ, ਤੇਰੇ ਅੰਦਰ ਇਹ ਉਮੀਦ ਸੀਗੀ ਕਿ ਉੱਥੇ ਭੀਸ਼ਮ ਪਿਤਾਮਾ ਬੈਠਾ ਆ, 5 ਪਾਂਡਵ ਬੈਠੇ ਹੈਗੇ ਆ, ਸਾਰੇ ਹੈਗੇ ਆ, ਉਹ ਉਹਨਾਂ ਨੂੰ ਫੁੱਟਲਾਂ ਤੋਂ ਪਾਉਣ ਕੇ ਕੀ ਕਰਨ ਡਏ ਆ? ਕਹਿੰਦੇ ਜਦੋਂ ਤੇ ਆਣ ਕੇ ਦੇਖਿਆ ਸਾਰਿਆਂ ਨੇ ਨੀਵੀਆਂ ਪਾਈਆਂ ਹੋਈਆਂ ਸੀ, ਦਰੋਣਾਚਾਰੀਆ, ਭੀਸ਼ਮ ਪਿਤਾਮਾ, ਸਾਰਿਆਂ ਨੇ, ਕੋਈ ਨਹੀਂ ਸੀ ਮੂੰਹ ਚੱਕ ਰਿਹਾ। ਫਿਰ ਕਹਿੰਦੇ ਉਹਨਾਂ ਤੇਰੇ ਜਦੋਂ ਸਾੜੀ ਫੜ ਕੇ ਪਹਿਲਾਂ, ਫਿਰ ਕਹਿੰਦੇ ਬਾਹਾਂ ਬੂਹਾਂ ਨਾਲ ਲੜਦੀ ਰਹੀ ਤੂੰ, ਉਹਨਾਂ ਨੇ ਬਾਹਾਂ ਵੀ ਫੜ ਕੇ ਪਿੱਛੇ ਕਰ ਦਿੱਤੀਆਂ ਤੇਰੀਆਂ। ਫਿਰ ਕਹਿੰਦੇ ਤੂੰ ਆਪਣੀ ਸਾੜੀ, ਤੈਨੂੰ ਆਪਣੀ ਸਾੜੀ 'ਤੇ ਮਾਣ ਸੀਗਾ, ਮੇਰੀ ਸਾੜੀ ਨੂੰ ਮੈਂ ਲੈਣ ਨਹੀਂ ਦੇਣੀ ਸਾੜੀ ਆਪਣੀ। ਕਹਿੰਦੇ ਤੂੰ ਦੰਦਾਂ ਵਿੱਚ ਫੜ ਲਈ, ਜਦੋਂ ਕਹਿੰਦੇ ਦੰਦਾਂ ਦੇ ਵਿੱਚੋਂ ਵੀ ਸਾੜੀ ਨਿਕਲ ਗਈ, ਸਾਰੇ ਆਸਰੇ ਤੇਰੇ ਖਤਮ ਹੋ ਗਏ, ਉਦੋਂ ਤੂੰ ਮੈਨੂੰ ਯਾਦ ਕੀਤਾ, ਮੈਂ ਆ ਗਿਆ। ਸੋ ਪਰਮੇਸ਼ਰ ਉਦੋਂ ਸਾਡੀ ਇਹ ਹੋਣੀ ਚਾਹੀਦੀ, ਉਹ ਤੋਂ ਬਿਨਾਂ ਸਾਡਾ ਹੈ ਹੀ ਨਹੀਂ ਕੋਈ। ਅਸੀਂ ਕੇਵਲ ਅਤੇ ਕੇਵਲ ਅਰਦਾਸ ਪਰਮੇਸ਼ਰ ਅੱਗੇ ਕਰਨੀ ਹੈ, ਹੋਰ ਕਿਸੇ ਮੜੀ ਮਸਾਨ ਕਿਸੇ ਕਿਤੇ ਨਹੀਂ ਅਰਦਾਸ ਕਰਨੀ, ਸਿਰਫ ਅਰਦਾਸ ਵਾਹਿਗੁਰੂ ਜੀ ਅੱਗੇ ਕਰਨੀ। ਲਾਸਟ ਕੁਐਸਚਨ ਹੈਗਾ ਆ ਭਾਈ ਸੁਖਵਿੰਦਰ ਸਿੰਘ ਜੀ, ਹਾਊ ਦਾ ਸਾਈਕਲ ਆਫ ਬਰਥ ਐਂਡ ਡੈਥ ਵਿਲ ਫਿਨਿਸ਼ ਔਰ ਇਟ ਵਿਲ ਕੰਪਲੀਟ? How the cycle of birth and death will finish or it will complete? ਮਹਾਰਾਜ ਦਾ ਹੁਕਮ ਹੈ, ਅੱਜ ਵਰਕਸ਼ਾਪ ਵਿੱਚ ਵੀ ਬਚਨ ਮਹਾਰਾਜ ਨੇ ਬਖਸ਼ੇ ਸੀਗੇ, ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਹੈ, ਇਸ ਹੈ
ਅਦ ਪੱਦੇ ਹੈ ਸੰਸਾਰੋ ਵਾ, ਅਦ ਪੱਦੇ ਹੈ ਸੰਸਾਰੋ ਵਾ। ਸੋ ਇਹ ਅਸੀਂ ਇੱਕ ਜਰਨੀ ਸਾਡੀ ਚੱਲੀ ਹੈ। ਸੋ ਪਤਾ ਨਹੀਂ ਕਿਹੜੀ ਕਿਹੜੀ ਜੂਨਾਂ 'ਚੋਂ ਆਏ ਹਾਂ, ਹਾਫ ਵੇ ਅਸੀਂ ਆਏ ਹਾਂ। ਦਿਸ ਇਜ਼ ਹਾਫ ਵੇ ਉਸ ਜਰਨੀ ਦਾ ਅੱਧਾ ਰਾਹ ਹੈਗਾ। ਇੱਥੇ ਮਨੁੱਖਾ ਜਨਮ ਵਿੱਚ ਹੀ ਅਸੀਂ ਇਹ ਜਨਮ ਮਰਨ ਦੇ ਗੇੜ ਨੂੰ ਖ਼ਤਮ ਕਰ ਸਕਦੇ ਹਾਂ। ਔਰ ਜਨਮ ਮਰਨ ਦਾ ਗੇੜ ਹੈਗਾ ਉਹ ਸਤਿਗੁਰੂ ਪੂਰਾ ਕਰਦੇ ਨੇ। ਅਸੀਂ ਜਿਹੜੇ ਸਾਡੇ ਲੇਖੇ ਨੇ ਜਦ ਤੱਕ ਪੂਰੇ ਨਹੀਂ ਹੁੰਦੇ, ਅਸੀਂ ਜਨਮਾਂ ਜਨਮਾਂ ਦੇ ਕਰਮ ਨਾਲ ਲੈ ਕੇ ਤੁਰੇ ਹੋਏ ਹਾਂ। ਉਹ ਕਰਮਾਂ ਦਾ ਲੇਖਾ ਨਿਬੜਨਾ। ਜਦੋਂ ਕਰਮ ਖਤਮ ਹੁੰਦੇ ਨੇ, ਅਸੀਂ ਨਿਕਰਮ ਹੋ ਜਾਂਦੇ ਹਾਂ, ਫਿਰ ਅਸੀਂ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ, ਉਦੋਂ ਸਾਡਾ ਜਨਮ ਮਰਨ ਦਾ ਗੇੜ ਮੁੱਕਣਾ। ਸੋ ਇੱਥੇ ਆ ਕੇ ਜਿਹੜਾ ਸਾਨੂੰ ਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ, ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀਖਿਆ ਲੈ ਕੇ, ਔਰ ਗੁਰਮਤਿ ਵਿੱਚ ਗੁਰੂ ਦੀਖਿਆ ਪੰਚਾਂ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ, ਉੱਥੋਂ ਗੁਰਮੰਤਰ ਦਾ ਔਰ ਜੀਵਨ ਜੁਗਤ ਵੀ ਸਾਨੂੰ ਮਿਲਦੀ ਹੈ। ਉਹਦੇ ਉੱਤੇ ਅਸੀਂ ਆਪਣਾ ਜੀਵਨ ਢਾਲਣਾ ਔਰ ਆਪਣੇ ਜੀਵਨ ਵਿੱਚੋਂ ਉਹਦੇ ਨਾਲ ਸਾਡੇ ਜਿਹੜੇ ਜਿੰਨੇ ਸਾਡੇ ਦੇ ਔਗਣ ਨੇ ਹੌਲੀ ਹੌਲੀ ਕੱਟਦੇ ਨੇ। ਅਤੇ ਨਾਮ ਜਪਦੇ ਹਾਂ, ਔਗਣ ਕੱਟਦੇ ਨੇ। ਔਗਣ ਕੱਟਦੇ ਜਦੋਂ ਨਿਰਮਲ ਹੋ ਜਾਂਦੇ ਹਾਂ, ਫਿਰ ਅਸੀਂ ਸਾਡੀ ਜੋਤ ਹੈ, ਜੋਤ ਨਾਲ ਰਲਦੀ ਹੈ। ਉਹ ਸਾਡਾ ਜਨਮ ਮਰਨ ਦਾ ਗੇੜ ਖਤਮ ਕਰਨ ਦਾ ਤਰੀਕਾ ਹੈ। ਅਤੇ ਫਿਰ ਵੀ ਇਸ ਦੇ ਬਾਵਜੂਦ ਵੀ ਕੁਛ ਹੁੰਦੀਆਂ ਰੂਹਾਂ ਜਿਹੜੀਆਂ ਉਹ ਆਉਂਦੀਆਂ ਨੇ ਸੰਸਾਰ ਵਿੱਚ, ਹੈ ਨਾ। ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਉਹ ਜਨਮ ਚਾਹੁੰਦੇ ਨੇ ਜਿਹੜੇ ਪਰਉਪਕਾਰ ਵਾਸਤੇ। ਗੁਰਸਿੱਖ ਰੂਹਾਂ ਜਿਹੜੀਆਂ ਆਉਂਦੀਆਂ ਅਕਾਲ ਪੁਰਖ ਦੇ ਹੁਕਮ 'ਚ ਆਉਂਦੇ ਨੇ, ਉਹ ਕਰਮਾਂ ਦੇ ਗੇੜ 'ਚ ਨਹੀਂ ਆਉਂਦੇ। ਬਹੁਤੀ ਦੁਨੀਆ ਕਰਮਾਂ ਕਰਕੇ ਆਈ ਹੈ, ਉਹ ਨੇਕਰਮ ਹੋ ਗਏ ਨੇ, ਉਹਨਾਂ ਦੇ ਕਰਮ ਕੱਟੇ ਗਏ ਨੇ। ਉਹ ਪਰਉਪਕਾਰ ਵਾਸਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਕਿਸੇ ਮਿਸ਼ਨ ਵਾਸਤੇ ਭੇਜਦੇ ਨੇ, ਸੰਸਾਰ ਦਾ ਉਧਾਰ ਕਰਨ ਵਾਸਤੇ ਭੇਜਦੇ ਨੇ, ਤਾਂ ਉਹ ਆਉਂਦੇ ਸੰਸਾਰ ਵਿੱਚ। ਉਹ ਜਨਮ ਮਰਨ ਦੇ ਗੇੜ ਤੋਂ ਪਹਿਲੇ ਮੁਕਤ ਹੁੰਦੇ ਨੇ। ਸੋ ਇਹ ਸਿੰਪਲ ਥਿਊਰੀ ਹੈ ਗੁਰਮਤਿ ਵਿੱਚ ਜੀ।